ਕੈਪਟਨ ਅਮਰਿੰਦਰ ਸਿੰਘ ਦਾ ਇੱਥੇ ਇੱਕ ਬਿਆਨ ਵੱਡਾ ਆਇਆ ਸੀ 18 ਨੁਕਤਿਆਂ ਨੂੰ ਲੈ ਕੇ। ਉਹ 18 ਨੁਕਤੇ ਜਿਹੜੇ ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਤੇ। ਕੈਪਟਨ ਅਮਰਿੰਦਰ ਹੋਰੀ ਕਹਿ ਰਹੇ ਨੇ ਕਿ ਸਾਡੀ ਸਰਕਾਰ ਨੇ ਜਾਂ ਫਿਰ ਮੇਰੀ ਸਰਕਾਰ ਨੇ ਤਾਂ ਜੋ ਵਾਅਦੇ ਲੋਕਾਂ ਦੇ ਨਾਲ ਕੀਤੇ ਸੀ ਉਹਨਾਂ ਵਾਅਦਿਆਂ ਚੋਂ 93% ਵਾਅਦੇ ਅਸੀਂ ਪੂਰੇ ਕਰ ਲਏ ਨੇ। देखो गुटका साहब पढ़ के भी बंदे सौं चुप सकते ने, किसी मेरे वर्गे ने माड़े बंदे ने सौं चुप ढोली ने तुरिया जाता तिलक के डिग पैंदा ते लोकां ने आखना ही इहनूं सौं लै गई। आजो भी रब इन्हां वारी सुत्ता पिया कि रब हैगा ही कोई नहीं गा सा। मेरा ख्याल है ना कैप्टन साहब नूं पंजाब दे विच ना मुख मंत्री दी कुर्सी लई सिੱਧੀਆਂ ਵੋਟਾਂ ਪਵਾ ਲੈਣੀਆਂ ਚਾਹੀਦੀਆਂ ਨੇ। ਹੁਣ 93% ਉਹਨਾਂ ਨੇ ਵਾਅਦੇ ਪੂਰੇ ਕਰਤੇ। ਪਟਿਆਲੇ ਦੇ ਵਿੱਚ 6 ਮਹੀਨੇ ਹੋ ਗਏ ਉਹਨਾਂ ਦੇ ਲੋਕ ਜਾ ਕੇ ਮੁਲਾਜ਼ਮ ਜਾ ਕੇ ਘਰ ਘੇਰੀ ਜਾਂਦੇ ਆ ਤੇ ਇਹ ਕੌਣ ਨੇ, ਇਹ ਕਿਉਂ ਤੁਰੇ ਫਿਰਦੇ ਨੇ। ਕੱਲ ਜਦੋਂ ਕੈਪਟਨ ਸਾਹਿਬ ਉੱਥੇ ਗਏ ਉਹਨਾਂ ਨੂੰ ETT ਮਨਰੇਗਾ ਇੱਥੋਂ ਤੱਕ ਕਿ ਸੁਤੰਤਰਤਾ ਸੈਲਾਨੀਆਂ ਨੇ ਵੀ ਘੇਰੇ ਕਿ ਜਿਹੜਾ ਇਹਨਾਂ ਦਾ ਚੋਣ ਮਨੋਰਥ ਪੱਤਰ ਆ ਉਹਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਜਾਵੇ। ਜਿਹੜੇ ਵਾਅਦੇ ਇਹਨਾਂ ਨੇ ਕੀਤੇ ਆ ਜਦੋਂ ਜੇ 93% ਵਾਅਦੇ ਪੂਰੇ ਕਰਤੇ, ਕੋਈ ਨਹੀਂ ਲੋਕ ਕਚਹਿਰੀ ਦੇ ਵਿੱਚ ਉਹਨਾਂ ਕਪਤਾਨ ਸਾਹਿਬ ਨੇ ਆਉਣਾ ਆ ਕੇ ਪਤਾ ਲੱਗੂਗਾ ਕਿ ਕਿਸ ਭਾਅ ਵਿਕਦੀ ਹੈਗੀ ਹੈ। ਜੇ 93% ਵਾਅਦੇ ਤੁਸੀਂ ਪੂਰੇ ਕਰਤੇ ਫਿਰ 18 ਨਕਾਤੀ ਪ੍ਰੋਗਰਾਮ ਤੇ ਅੱਜ ਤੱਕ ਲਗਭਗ 20-22 ਦਿਨ ਹੋ ਗਏ ਨੇ ਚੁੱਪ ਕਿਉਂ ਤੁਰੇ ਬੈਠੇ। ਉੱਥੇ ਉਸੇ ਦਿਨ ਹੀ ਬਿਆਨ ਲੱਗ ਜਾਣਾ ਚਾਹੀਦਾ ਸੀ ਕਿ ਜੀ ਅਸੀਂ ਤਾਂ 93% ਪੂਰੇ ਕਰਤੇ, 7 ਰਹਿ ਗਏ। ਉਹ 7 ਦੱਸ ਦੇਣ ਲੋਕਾਂ ਨੂੰ ਕਿਹੜੇ ਰਹਿ ਗਏ 7%। ਇਹਦਾ ਮਤਲਬ ਰਾਜਸੀ ਲੋਕ ਨੇ ਜਿਹੜੇ ਝੂਠ ਬੋਲਣ ਲੱਗਿਆ ਕੋਈ ਸੀਮਾ ਨਹੀਂ ਰੱਖਦੇ। 1999 ਦੇ ਵਿੱਚ ਜਦੋਂ ਮਾਨ ਸਾਹਿਬ ਦੀ ਅਗਵਾਈ ਵਿੱਚ ਚੋਣ ਲੜੀ, ਹਾਲਾਂਕਿ ਜੇਲ੍ਹ ਦੇ ਵਿੱਚ ਸੀ, ਚੋਣ ਲੜੀ ਗਈ ਤਾਂ ਸਭ ਤੋਂ ਵੱਧ ਉਮੀਦਵਾਰ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਦੇ ਜਿੱਤੇ ਤੇ ਸਿਮਰਨਜੀਤ ਸਿੰਘ ਮਾਨ ਉੱਥੇ ਕਿਰਪਾਨ ਲੈ ਕੇ ਬਹਿ ਗਿਆ ਕਿ ਮੈਂ ਅੰਦਰ ਨਹੀਂ ਜਾਣਾ, ਜੇ ਜਾਣਾ ਹੈ ਤਾਂ ਵੱਡੀ ਕਿਰਪਾਨ ਲੈ ਕੇ ਜਾਣਾ ਹੈ। ਉੱਥੇ ਗੱਤਕਾ ਥੋੜੀ ਖੇਡਣਾ ਹੈ, ਉੱਥੇ ਤਾਂ ਗੱਤਕਾ ਵਿਚਾਰਾਂ ਦਾ ਹੈ। ਤੁਸੀਂ ਵਿਚਾਰਾਂ ਦੇ ਨਾਲ ਆਪਣੀ ਪਾਲਿਸੀ ਦਿਓ ਕਿ ਮੈਂ ਪੰਜਾਬ ਨੂੰ ਇਸ ਸੰਕਟ ਚੋਂ ਕਿਵੇਂ ਕੱਢ ਸਕਦਾ। ਤੁਸੀਂ ਦੇਖੋ ਅੰਨਾ ਹਜ਼ਾਰੇ ਹੁਣ ਕਿੱਥੇ ਬੈਠਾ, ਲੋਕਪਾਲ ਬਣ ਗਿਆ। ਜਿਹੜੀਆਂ ਮੰਗਾਂ ਲੈ ਕੇ ਉਹ ਦਿੱਲੀ ਦੇ ਵਿੱਚ ਬੈਠਾ ਸੀ, ਇਹਦਾ ਮਤਲਬ BJP ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਅੰਨਾ ਹਜ਼ਾਰੇ ਨੂੰ ਇਹਨੂੰ ਨਰਿੰਦਰ ਮੋਦੀ ਨੂੰ ਸਰਕਾਰ ਵਿੱਚ ਲੈ ਜਾਂਦਾ, ਇਹਦੀ ਅਗਵਾਈ 'ਚ ਸਰਕਾਰ ਬਣਵਾਤੀ। ਬੀਬੀ ਮਾਨ ਕੌਰ ਜੀ 105 ਸਾਲਾਂ ਦੀ ਦੇਖੋ ਉਮਰ ਸੀ ਉਹਨਾਂ ਦੀ ਤੇ ਅੱਜ ਤੋਂ 2-3 ਸਾਲ ਪਹਿਲਾਂ ਉਹ ਦੌੜ ਰਹੇ ਸੀ ਪਿੱਛੇ ਜੇ, ਹਾਲਾਂਕਿ ਉਹਨਾਂ ਦੀ ਸਿਹਤ ਸੀ ਜਿਹੜੀ ਉਹ ਖਰਾਬ ਜ਼ਿਆਦਾ ਹੋ ਗਈ ਸੀ। ਤੇ ਕਿਸ ਤਰ੍ਹਾਂ ਤਾਂ ਮੰਨਦੇ ਹੋ ਕਿ ਬੀਬੀ ਮਾਨ ਕੌਰ ਜੀ ਆਪਣੇ ਪਿੱਛੇ ਕਿਸ ਤਰ੍ਹਾਂ ਦਾ ਇਤਿਹਾਸ ਛੱਡ ਗਏ। ਰੋਜ਼ਾਨਾ ਦੌੜਦੇ ਸਨ, ਉਹਨਾਂ ਦੇ ਜੀਵਨ ਵਿੱਚ ਬਹੁਤ ਕੁਝ ਅਹਿਮ ਸੀ। ਉਹਨਾਂ ਦੇ ਸਪੁੱਤਰ ਸਰਦਾਰ ਗੁਰਦੇਵ ਸਿੰਘ ਜੀ ਉਹਨਾਂ ਦੇ ਨਾਲ ਹੋਇਆ ਕਰਦੇ ਸਨ। ਪਤਾ ਲੱਗਿਆ ਕਿ ਉਹਨਾਂ ਨੂੰ ਹੁਣ ਪਿੱਤੇ ਦਾ ਕੈਂਸਰ ਹੋ ਗਿਆ ਸੀ। ਇਹਦੇ ਬਾਵਜੂਦ ਉਹ ਬੜੇ ਰਿਸ਼ਟ ਪੁਸ਼ਟ ਸਨ। ਜਦੋਂ ਵੀ ਦੌੜਦੇ ਸਨ ਤਾਂ ਅਹਿਮ ਤਰੀਕੇ ਦੇ ਨਾਲ ਦੂਜਿਆਂ ਵਾਸਤੇ ਬਹੁਤ ਕੁਝ ਛੱਡ ਜਾਂਦੇ ਸਨ। ਬੀਬੀ ਮਾਨ ਕੌਰ ਹਮੇਸ਼ਾ ਇਹ ਕਹਿੰਦੇ ਸਨ ਕਿ ਸਾਨੂੰ ਇਸ ਦੁਨੀਆ ਦੀ ਚੱਕਾ ਚੌਂਧ ਨੂੰ ਛੱਡ ਕੇ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਤੇ ਸਾਦਾ ਭੋਜਨ ਹੀ। ਹਿੰਦੁਸਤਾਨ ਦੀ ਔਸਤਨ ਉਮਰ 65 ਤੋਂ 70 ਸਾਲ ਦੇ ਵਿਚਕਾਰ ਆ ਚੁੱਕੀ ਹੈ। ਉਸ ਵੇਲੇ ਬੀਬੀ ਮਾਨ ਕੌਰ ਦਾ 105 ਸਾਲ ਤੱਕ ਅੱਪੜਨਾ, ਇੱਕ ਸਦੀ ਨੂੰ ਪੂਰਾ ਕਰਕੇ ਉਸ ਤੋਂ ਹੀ 5 ਸਾਲ ਅੱਗੇ ਜਾ ਕੇ ਅੱਪੜਨਾ ਆਪਣੇ ਆਪ ਦੇ ਵਿੱਚ ਅਹਿਮ ਹੈ। ਆਖਰੀ ਉਮਰ ਦੇ ਆਖਰੀ ਪੜਾਵਾਂ ਵਿੱਚ ਵੀ ਭਾਵੇਂ ਉਹਨਾਂ ਨੂੰ ਕੈਂਸਰ ਹੋ ਗਿਆ ਸੀ, ਇਹਦੇ ਬਾਵਜੂਦ ਵੀ ਉਹ ਐਕਟਿਵ ਬਹੁਤ ਸੀ। ਕਮਲਪ੍ਰੀਤ ਕੌਰ ਉਹਨੇ ਡਿਸਕਸ ਥਰੋ ਦੇ ਵਿੱਚ ਫਾਈਨਲ ਦੇ ਵਿੱਚ ਟੋਕੀਓ ਓਲੰਪਿਕ ਦੇ ਵਿੱਚ ਜਗ੍ਹਾ ਬਣਾ ਲਈ ਹੈ। 64 ਮੀਟਰ ਦੂਰ ਤੱਕ ਉਹਨਾਂ ਨੇ ਇਹ ਥਰੋ ਕੀਤਾ ਤੇ ਇਸ ਤੋਂ ਇਲਾਵਾ 41 ਸਾਲ ਬਾਅਦ ਹਾਕੀ ਦੀਆਂ ਖਿਡਾਰਨਾਂ ਜਾਂ ਹਾਕੀ ਦੀ ਸਾਡੀ ਵੂਮਨ ਟੀਮ ਹੈ ਉਹ ਕੁਆਟਰ ਫਾਈਨਲ 'ਚ ਪਹੁੰਚੀਆਂ ਨੇ ਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਪਹਿਲਾ ਮੈਚ ਜਿੱਤਿਆ ਸੀ 41 ਸਾਲ ਬਾਅਦ ਤੇ ਇਹ ਦੂਸਰਾ ਜਿੱਤ ਕੇ ਕੁਆਟਰ ਫਾਈਨਲ ਤੇ ਗਏ ਨੇ। ਅਮਰਿੰਦਰ ਸਿੰਘ ਹੋਰਾਂ ਨੇ ਵੀ ਉਹਦੀ ਸ਼ਲਾਘਾ ਕੀਤੀ ਹੈ। ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦਾ ਖੇਤਰ ਪੈਂਦਾ ਕਿਉਂਕਿ ਵਿਧਾਨ ਸਭਾ ਕਬਰਵਾਲਾ ਪਿੰਡ ਵਿਧਾਨ ਸਭਾ ਹਲਕਾ ਲੰਬੀ ਦੀ ਖੇਤਰ ਹੈਗਾ, ਇਸ ਕਰਕੇ ਉਹਨਾਂ ਨੇ ਵੀ ਵਧਾਈ ਦਿੱਤੀ ਹੈ ਕਿ ਤੁਸੀਂ 5-5 ਸਾਲ ਮੁੱਖ ਮੰਤਰੀ ਰਹੇ, 2 ਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ
ਮੁੱਖ ਮੰਤਰੀ ਬਣਿਆ ਹੋਗੇ ਜੀ, ਮਤਲਬ ਹੇਠਲੇ ਪੱਧਰ ਤੇ ਕੀ ਸੋਚਿਆ। ਪਨੀਰੀ ਪੈਦਾ ਕਰਨ ਵਾਸਤੇ ਸਹੂਲਤਾਂ ਦਿਓ, ਪਨੀਰੀ ਪੈਦਾ ਕਰਨ ਵਾਸਤੇ ਸਟੇਡੀਅਮ ਬਣਾਓ, ਪਨੀਰੀ ਪੈਦਾ ਕਰਨ ਵਾਸਤੇ ਉਹਨਾਂ ਦਾ ਜੋ ਦੇਖੋ ਕਿ ਜੇ ਬੰਦਾ ਆਰਥਿਕ ਪੱਖੋਂ ਕਮਜ਼ੋਰ ਹੈ ਲੇਕਿਨ ਉਹਨੂੰ ਲੋੜ ਹੈ ਉਸ ਵੇਲੇ ਉਹਦੀ ਸਹਾਇਤਾ ਕਰੋ। ਉੱਥੇ ਅਸੀਂ ਨਹੀਂ ਕਰ ਰਹੇ। ਜੇ ਇਸ ਬੱਚੀ ਨੂੰ ਹੋਰ ਵਧੀਆ ਸਹੂਲਤਾਂ ਦਿੱਤੀਆਂ ਜਾਣ, ਇਹਦੀ ਹੋਰ ਪ੍ਰੈਕਟਿਸ ਕਰਾਈ ਜਾਵੇ ਤਾਂ ਇਹਦੇ ਤੋਂ ਸਾਨੂੰ ਆਸਾਂ ਬਹੁਤ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਇਸ ਵੇਲੇ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਟੀਵੀ ਤੇ ਦੇਖ ਰਹੇ ਹੋ ਤੇ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਮੌਜੂਦ ਨੇ ਸੀਨੀਅਰ ਜਰਨਲਿਸਟ ਸਰਦਾਰ ਜਸਪਾਲ ਸਿੰਘ ਢਿੱਲੋਂ ਹੋਰੀ। ਤੇ ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ, ਬਹੁਤ 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 ਸ਼ੁਕਰੀਆ, ਮਿਹਰਬਾਨੀ ਜੀ। ਤੇ ਜਿੱਦਾਂ ਦਰਸ਼ਕਾਂ ਨੂੰ ਪਤਾ ਹੈ ਕਿ ਅੱਜ ਪੰਜਾਬ ਤੇ ਪੰਜਾਬ ਦੇ ਨੇੜਲੀਆਂ ਸਟੇਟਾਂ ਦੇ ਵਿੱਚ ਜਾਂ ਫਿਰ ਪੂਰੇ ਦੇਸ਼ ਦੇ ਵਿੱਚ ਕੀ ਕੁਝ ਖਾਸ ਰਿਹਾ, ਪੰਜਾਬ ਦੀਆਂ ਅਖਬਾਰਾਂ ਅੱਜ ਕੀ ਕਹਿ ਰਹੀਆਂ ਨੇ, ਕਿਹੜੀਆਂ ਖਬਰਾਂ ਕਿੰਨੀਆਂ ਕੁ ਵੱਡੀਆਂ ਸੁਰਖੀਆਂ ਬਣੀਆਂ ਨੇ, ਕਿਹੜੀ ਖਬਰ ਨੂੰ ਕਿਹੜੀ ਥਾਂ ਮਿਲੀ ਆ, ਤੇ ਇਸ ਪੂਰੇ ਮੁੱਦੇ ਨੂੰ ਲੈ ਕੇ ਵਿਚਾਰਾਂ ਅਸੀਂ ਜਸਪਾਲ ਸਿੰਘ ਢਿੱਲੋਂ ਹੋਰਾਂ ਦੇ ਨਾਲ ਕਰਦੇ ਹਾਂ। ਖਬਰਾਂ ਜੋ ਅਖਬਾਰਾਂ ਦੇ ਵਿੱਚ ਲੱਗਦੀਆਂ ਨੇ ਜਾਂ ਫਿਰ ਅੱਜ ਦਿਨ ਭਰ ਦੀਆਂ ਖਬਰਾਂ ਨੇ ਜਾਂ ਕੱਲ੍ਹ ਕਿਹੜੀਆਂ ਖਬਰਾਂ ਅਹਿਮ ਰਹੀਆਂ, ਉਹਨਾਂ 'ਤੇ ਵਿਚਾਰ ਵਟਾਂਦਰਾ ਵੀ ਜਸਪਾਲ ਸਿੰਘ ਢਿੱਲੋਂ ਸਾਹਿਬ ਦੇ ਨਾਲ ਕਰਦੇ ਹਾਂ। ਅਤੇ ਅੱਜ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੇ ਜੋ ਭਾਰਤ ਅਤੇ ਚੀਨ ਦੀ ਸੀਮਾ 'ਤੇ ਦੋਨਾਂ ਦੇਸ਼ਾਂ ਦੀਆਂ ਫੌਜਾਂ ਦੇ ਵਿੱਚੋਂ ਜੋ ਟਕਰਾਅ ਚੱਲ ਰਿਹਾ, ਖਾਸ ਕਰਕੇ ਜਿਹੜੇ ਮੋਰਚੇ ਦੋਨਾਂ ਦੇਸ਼ਾਂ ਦੀਆਂ ਫੌਜਾਂ ਵੱਲੋਂ ਲਗਾਏ ਗਏ ਨੇ, ਉਹਨਾਂ ਦਾ ਪਿਛਲੇ ਲੰਮੇ ਸਮੇਂ ਤੋਂ ਵਿਵਾਦ ਜੋ ਚੱਲ ਰਿਹਾ ਉਹ ਸ਼ਾਇਦ ਕਿਤੇ ਨਾ ਕਿਤੇ ਹੁਣ ਸੁਲਝਦਾ ਨਜ਼ਰ ਆ ਰਿਹਾ, ਕਿਉਂਕਿ 12ਵੇਂ ਦੌਰ ਦੀ ਜਿਹੜੀ ਬੈਠਕ ਆ ਦੋਨਾਂ ਫੌਜਾਂ ਦੇ ਉੱਚ ਅਧਿਕਾਰੀਆਂ ਦੇ ਵਿਚਕਾਰ ਇਹ ਹੋਈ ਹੈ। ਅਤੇ ਇਸ ਬਾਰੇ ਵੀ ਗੱਲਬਾਤ ਕਰਾਂਗੇ ਕਿ ਵਾਕਈ ਚੀਨ 'ਤੇ ਇਤਬਾਰ ਕੀਤਾ ਜਾ ਸਕਦਾ ਜਾਂ ਫਿਰ ਨਹੀਂ। ਇਸ ਤੋਂ ਇਲਾਵਾ ਬੀਤੇ ਦਿਨ ਸ਼ਹੀਦ ਊਧਮ ਸਿੰਘ ਹੋਰਾਂ ਦਾ ਸ਼ਹੀਦੀ ਦਿਵਸ ਸੁਨਾਮ ਦੇ ਵਿੱਚ ਮਨਾਇਆ ਗਿਆ ਅਤੇ ਉੱਥੇ ਉਹਨਾਂ ਦਾ ਇੱਕ ਮੈਮੋਰੀਅਲ ਵੀ ਲੋਕ ਅਰਪਣ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਾਸ ਤੌਰ 'ਤੇ ਉੱਥੇ ਪਹੁੰਚੇ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਇੱਥੇ ਇੱਕ ਬਿਆਨ ਵੱਡਾ ਆਇਆ ਸੀ 18 ਨੁਕਤਿਆਂ ਨੂੰ ਲੈ ਕੇ। ਉਹ 18 ਨੁਕਤੇ ਜਿਹੜੇ ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਤੇ ਸੀ ਅਤੇ ਕਿਹਾ ਸੀ ਕਿ ਜਿਹੜਾ ਬਾਕੀ ਸਰਕਾਰ ਦਾ ਸਮਾਂ ਬਚਦਾ ਉਹਦੇ ਵਿੱਚ ਇਹ 18 ਨੁਕਤਿਆਂ ਨੂੰ ਪੂਰਾ ਕੀਤਾ ਜਾਵੇ। ਇਹਦੇ 'ਤੇ ਕੈਪਟਨ ਅਮਰਿੰਦਰ ਦਾ ਇੱਕ ਵੱਡਾ ਬਿਆਨ ਇਹ ਆਇਆ ਕਿ ਕੈਪਟਨ ਸਾਹਿਬ ਕਹਿੰਦੇ ਕਿ ਜੀ ਇਹ 18 ਨੁਕਤਿਆਂ ਦੇ ਮਾਮਲਿਆਂ 'ਤੇ ਕਨਫਿਊਜ਼ਨ ਸੀ, ਭਾਵ ਕਿ ਕੈਪਟਨ ਅਮਰਿੰਦਰ ਹੋਰੀ ਕਹਿ ਰਹੇ ਨੇ ਕਿ ਸਾਡੀ ਸਰਕਾਰ ਨੇ ਜਾਂ ਫਿਰ ਮੇਰੀ ਸਰਕਾਰ ਨੇ ਤਾਂ ਜੋ ਵਾਅਦੇ ਲੋਕਾਂ ਦੇ ਨਾਲ ਕੀਤੇ ਸੀ ਉਹਨਾਂ ਵਾਅਦਿਆਂ 'ਚੋਂ 93% ਵਾਅਦੇ ਅਸੀਂ ਪੂਰੇ ਕਰ ਲਏ ਨੇ। ਹੁਣ ਕੀ ਵਾਕਈ ਇਹ 93% ਵਾਅਦੇ ਪੂਰੇ ਹੋ ਗਏ ਨੇ ਜਾਂ ਨਹੀਂ ਹੋਏ, ਇਹ 'ਤੇ ਵੀ ਅਸੀਂ ਵਿਚਾਰ ਕਰਾਂਗੇ। ਇੱਕ ਦੁਖਦ ਖਬਰ ਇਹ ਆ ਕਿ ਅੰਤਰਰਾਸ਼ਟਰੀ ਦੌੜਾਕ ਬੇਬੇ ਮਾਨ ਕੌਰ 105 ਸਾਲਾਂ ਦੀ ਉਮਰ ਭੋਗ ਕੇ ਉਹਨਾਂ ਦਾ ਅਕਾਲ ਚਲਾਣਾ ਹੋਇਆ ਅਤੇ ਬੜੇ ਦੁੱਖ ਦੀ ਖਬਰ ਹੈ। ਅਤੇ ਬੇਬੇ ਮਾਨ ਕੌਰ ਨੇ ਜਿੱਥੇ ਇਸਤਰੀਆਂ ਨੂੰ, ਔਰਤਾਂ ਨੂੰ ਖਾਸ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਉਹ ਸਥਾਨ ਹਾਸਲ ਦਵਾਇਆ ਜੋ ਅੱਜ ਤੱਕ ਸ਼ਾਇਦ ਨਹੀਂ ਸੀ, ਅਤੇ ਨਾਲ ਹੀ ਨਾਲ ਪੰਜਾਬ ਦੀ ਔਰਤ ਇੱਕ ਜੋ ਦੌੜਾਕ ਦੇ ਰੂਪ ਦੇ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਸਾਹਮਣੇ ਆਈ ਸੀ, ਉਹਨਾਂ ਨੂੰ ਵੀ ਸ਼ਰਧਾਂਜਲੀ ਅਸੀਂ ਭੇਂਟ ਕਰਦੇ ਹਾਂ। ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ। ਪੁਲਵਾਮਾ ਮਾਸਟਰਮਾਈਂਡ ਦੇ ਜਿਹੜੇ ਹਮਲੇ ਦੇ 2 ਮਾਸਟਰਮਾਈਂਡ ਨੇ ਉਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਢੇਰ ਕਰ ਦਿੱਤੇ ਗਏ ਨੇ ਮੁਕਾਬਲੇ ਦੌਰਾਨ। ਅਤੇ ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਮੈਂ ਕਿਹਾ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬੇਬੇ ਮਾਨ ਕੌਰ ਜੀ। 105 ਸਾਲਾਂ ਦੀ ਦੇਖੋ ਉਮਰ ਸੀ ਉਹਨਾਂ ਦੀ, ਅਤੇ ਅੱਜ ਤੋਂ 2-3 ਸਾਲ ਪਹਿਲਾਂ ਉਹ ਦੌੜ ਰਹੇ ਸੀ। ਪਿੱਛੇ ਜੇ ਹਾਲਾਂਕਿ ਉਹਨਾਂ ਦੀ ਸਿਹਤ ਸੀ ਜਿਹੜੀ ਉਹ ਖਰਾਬ ਜ਼ਿਆਦਾ ਹੋ ਗਈ ਸੀ। ਅਤੇ ਕਿਸ ਤਰ੍ਹਾਂ ਦਾ ਮੰਨਦੇ ਹੋ ਕਿ ਬੇਬੇ ਮਾਨ ਕੌਰ ਜੀ ਆਪਣੇ ਪਿੱਛੇ ਕਿਸ ਤਰ੍ਹਾਂ ਦਾ ਇਤਿਹਾਸ ਛੱਡ ਗਏ ਨੇ? ਬੇਬੇ ਮਾਨ ਕੌਰ ਇੱਕ ਬਹੁਤ ਵਧੀਆ ਸ਼ਖਸੀਅਤ ਸਨ। ਸਾਨੂੰ ਵੀ ਕੁਝ ਸਮਾਂ ਉਹਨਾਂ ਦੇ ਨਾਲ ਬਿਤਾਉਣ ਦਾ ਮੌਕਾ ਮਿਲਿਆ। ਇੱਕ ਵਾਰੀ ਅਸੀਂ ਆਪਣੇ এনवायरमेंट ਪਾਰਕ ਦੇ ਵਿੱਚ
ਉਹਨਾਂ ਦਾ ਸਨਮਾਨ ਕੀਤਾ ਤਾਂ ਘੰਟਿਆਂ ਬੱਧੀ ਬੇਬੇ ਮਾਨ ਕੌਰ ਨਾਲ ਢੇਰ ਸਾਰੀਆਂ ਗੱਲਾਂ ਬੈਠ ਕੇ ਕੀਤੀਆਂ। ਬੇਬੇ ਮਾਨ ਕੌਰ ਨੂੰ ਮੌਜੂਦਾ ਨਾਰੀਆਂ ਨੂੰ, ਔਰਤਾਂ ਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈਗੀ ਹੈ। ਜਿਸ ਤਰ੍ਹਾਂ ਬੇਬੇ ਮਾਨ ਕੌਰ ਨੇ 105 ਸਾਲਾਂ ਤੱਕ ਆਪਣੀ ਖੇਡ ਨੂੰ ਆਪਣੇ ਨਾਲ ਰੱਖਿਆ, ਮਤਲਬ ਉਹ ਰੋਜ਼ਾਨਾ ਦੌੜਦੇ ਸਨ। ਉਹਨਾਂ ਦੇ ਜੀਵਨ ਵਿੱਚ ਬਹੁਤ ਕੁਝ ਅਹਿਮ ਸੀ। ਉਹਨਾਂ ਦੇ ਸਪੁੱਤਰ ਸਰਦਾਰ ਗੁਰਦੇਵ ਸਿੰਘ ਜੀ ਉਹਨਾਂ ਦੇ ਨਾਲ ਹੋਇਆ ਕਰਦੇ ਸਨ। ਪਤਾ ਲੱਗਿਆ ਕਿ ਉਹਨਾਂ ਨੂੰ ਹੁਣ ਪਿੱਤੇ ਦਾ ਕੈਂਸਰ ਹੋ ਗਿਆ ਸੀ। ਇਹਦੇ ਬਾਵਜੂਦ ਉਹ ਬੜੇ ਰਿਸ਼ਟ ਪੁਸ਼ਟ ਸਨ। ਜਦੋਂ ਵੀ ਦੌੜਦੇ ਸਨ ਤਾਂ ਅਹਿਮ ਤਰੀਕੇ ਦੇ ਨਾਲ ਦੂਜਿਆਂ ਵਾਸਤੇ ਬਹੁਤ ਕੁਝ ਛੱਡ ਜਾਂਦੇ ਸਨ। ਬੇਬੇ ਮਾਨ ਕੌਰ ਹਮੇਸ਼ਾ ਇਹ ਕਹਿੰਦੇ ਸਨ ਕਿ ਸਾਨੂੰ ਇਸ ਦੁਨੀਆ ਦੀ ਚੱਕਾ ਚੌਂਧ ਨੂੰ ਛੱਡ ਕੇ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਤੇ ਸਾਦਾ ਭੋਜਨ ਹੀ ਖਾਣਾ ਚਾਹੀਦਾ। ਬਿਲਕੁਲ। ਉਹਨਾਂ ਨੇ ਬਹੁਤ ਕੁਝ ਜਿਹੜਾ ਸੀਗਾ ਆਪਣੇ ਜੀਵਨ ਦੇ ਵਿੱਚ ਬਹੁਤ ਸਾਦਾ ਜਿਹੜਾ ਭੋਜਨ ਸੀ ਉਹਨੂੰ ਆਪਣਾ ਹਿੱਸਾ ਬਣਾਇਆ। ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਪੁੱਤਰ ਨੇ ਗੁਰਦੇਵ ਸਿੰਘ ਨਾਲ ਹੀ ਹੁੰਦੇ ਸੀ ਉਹਨਾਂ ਦੇ, ਜਦੋਂ ਵੀ ਜਾਂਦੇ ਕਿਤੇ ਤਾਂ ਉਹ ਦੱਸਦੇ ਹੁੰਦੇ ਕਿ ਅਸੀਂ ਇੰਨੇ ਕੁ ਵਜੇ ਆਹ ਭੋਜਨ ਖਾ ਲੈਂਦੇ ਹਾਂ, ਉਸ ਤੋਂ ਬਾਅਦ ਕੁਝ ਨਹੀਂ ਖਾਂਦੇ। ਔਰ ਬੇਬੇ ਮਾਨ ਕੌਰ ਨੇ ਆਪਣਾ ਰੂਟੀਨ ਨਹੀਂ ਛੱਡਿਆ। ਉਹ ਜਦੋਂ ਵੀ ਸਵੇਰੇ 4 ਵਜੇ ਉੱਠ ਕੱਢਦੇ, 4 ਵਜੇ ਉੱਠ ਕੇ ਆਪਣੀ ਵਰਜਿਸ਼, ਗਰਾਊਂਡ, ਟਰੈਕ ਦੇ ਉੱਤੇ ਜਾ ਕੇ ਦੌੜਨਾ, ਇਹ ਉਹਨਾਂ ਦਾ ਹਿੱਸਾ ਸੀ। ਬਹੁਤ ਸਾਰੀਆਂ ਅੰਤਰਰਾਸ਼ਟਰੀ ਖੇਡਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ। ਇੱਕ ਪਾਸੇ ਜਦੋਂ ਹਿੰਦੁਸਤਾਨ ਦੀ ਔਸਤਨ ਉਮਰ 65 ਤੋਂ 70 ਸਾਲ ਦੇ ਵਿਚਕਾਰ ਆ ਚੁੱਕੀ ਹੈ, ਉਸ ਵੇਲੇ ਬੇਬੇ ਮਾਨ ਕੌਰ ਦਾ 105 ਸਾਲ ਤੱਕ ਅੱਪੜਨਾ, ਇੱਕ ਸਦੀ ਨੂੰ ਪੂਰਾ ਕਰਕੇ ਉਸ ਤੋਂ ਹੀ 5 ਸਾਲ ਅੱਗੇ ਜਾ ਕੇ ਅੱਪੜਨਾ ਆਪਣੇ ਆਪ ਦੇ ਵਿੱਚ ਅਹਿਮ ਹੈ। ਉਹਨਾਂ ਨੂੰ ਸਾਡੇ ਰਾਸ਼ਟਰਪਤੀ ਸਾਹਿਬ ਨੇ ਨਾਰੀ ਸ਼ਕਤੀਕਰਨ ਦੇ ਵਿੱਚ ਵਿਸ਼ੇਸ਼ ਸਨਮਾਨ ਦਿੱਤਾ ਸੀ। ਔਰ ਆਖਰੀ ਉਮਰ ਦੇ ਆਖਰੀ ਪੜਾਵਾਂ ਵਿੱਚ ਵੀ ਭਾਵੇਂ ਉਹਨਾਂ ਨੂੰ ਕੈਂਸਰ ਹੋ ਗਿਆ ਸੀ, ਇਹਦੇ ਬਾਵਜੂਦ ਵੀ ਉਹ ਐਕਟਿਵ ਬਹੁਤ ਸਨ, ਚੁਸਤ ਦਰੁਸਤ ਬਹੁਤ ਸਨ। ਔਰ ਦੂਜਾ ਉਹਨਾਂ ਨੇ ਕਿਹਾ ਸੀ ਕਿ ਘੱਟ ਬੋਲਣਾ ਔਰ ਖਾਣਾ ਸਾਦਾ, ਸੀਮਤ ਖਾਣਾ, ਇੱਕ ਲਿਮਟ ਖਾਣਾ, ਨਾ ਕਿ ਖਾਣ ਲਈ ਜੀਣਾ ਹੈ ਜੀ। ਹਾਂ, ਜੀਣ ਲਈ ਖਾਣਾ, ਨਾ ਕਿ ਖਾਣ ਦੇ ਲਈ। ਹਾਂਜੀ ਹਾਂਜੀ, ਬਿਲਕੁਲ। ਉਹ ਹਮੇਸ਼ਾ ਦੂਜਿਆਂ ਲਈ ਪ੍ਰੇਰਨਾ ਸਰੋਤ ਰਹਿਣਗੇ। ਉਹਨਾਂ ਦਾ ਜੀਵਨ ਦਾ ਜੇ ਮੇਰੇ ਖਿਆਲ ਵੀ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਨੇ। ਜੋ ਕੁਝ ਉਹਨਾਂ ਨੇ ਇਸ ਸਮਾਜ ਦੇ ਵਿੱਚ ਵੰਡਿਆ, ਲੋਕਾਂ ਨੂੰ ਸੇਧ ਦਿੱਤੀ। ਔਰ ਖਾਸ ਕਰ ਜਿਹੜੀਆਂ ਨਵੀਆਂ ਲੜਕੀਆਂ ਨੇ ਸਾਡੀਆਂ, ਇਹਨਾਂ ਨੂੰ ਬੇਬੇ ਮਾਨ ਕੌਰ ਦੇ ਜੀਵਨ ਤੋਂ ਬਹੁਤ ਸੇਧ ਮਿਲਦੀ ਹੈ, ਪ੍ਰੇਰਨਾ ਮਿਲਦੀ ਹੈ। ਉਹ ਨਵੀਂ ਪਨੀਰੀ ਜੇ ਉਸ ਪਾਸੇ ਵੱਲ ਜਾਵੇ, ਜਦੋਂ ਨਵੀਂ ਪਨੀਰੀ ਅੱਜ ਕੱਲ ਮਤਲਬ ਪਹਿਰਾਵੇ ਦੇ ਵਿੱਚ, ਖਾਣੇ ਦੇ ਵਿੱਚ, ਬੋਲਚਾਲ ਦੇ ਵਿੱਚ ਬਹੁਤ ਕੁਝ ਪੱਛਮੀ ਸਭਿਅਤਾ ਦਾ ਗ੍ਰਹਿਣ ਕਰ ਲਿਆ, ਉਸ ਵੇਲੇ ਬੇਬੇ ਮਾਨ ਕੌਰ ਵੱਲੋਂ ਸਾਦੇ ਰੂਪ ਦੇ ਵਿੱਚ ਔਰ ਪੰਜਾਬੀ ਪਹਿਰਾਵੇ ਨੂੰ ਹੀ ਤਰਜੀਹ ਦਿੱਤੀ। ਅਸੀਂ ਪੱਛਮੀ ਦੇਸ਼ਾਂ ਦਾ ਉਹ ਪੱਖ ਤਾਂ ਅਪਣਾ ਲਿਆ, ਉਹ ਪੱਖ ਤਾਂ ਅਪਣਾ ਲਿਆ, ਘੱਟ ਕੱਪੜਿਆਂ ਵਾਲਾ ਤੇ ਦੂਜਾ, ਪਰ ਉਹਨਾਂ ਦਾ ਉਹ ਪੱਖ ਨਹੀਂ ਅਪਣਾਇਆ ਵੀ ਉਹ ਆਪਣੇ ਕੰਮ ਪ੍ਰਤੀ ਇਮਾਨਦਾਰ ਕਿਵੇਂ ਕਰਦੇ ਆ। ਬਿਲਕੁਲ। ਢਿੱਲੋਂ ਸਾਹਿਬ ਸਾਡੇ ਨਾਲ ਦਰਸ਼ਕ ਫੋਨ ਲਾਈਨ ਤੇ ਮੌਜੂਦ ਨੇ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ ਵਾਹਿਗੁਰੂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਫਤਿਹ ਜੀ, ਫਤਿਹ। ਸਿੱਖੋ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਫਤਿਹ ਜੀ। ਢਿੱਲੋਂ ਸਾਹਿਬ, ਰਾਵਿੰਦਰ ਸਿੰਘ ਜੀ, ਜੀ ਆਇਆਂ ਨੂੰ ਤੁਹਾਨੂੰ ਧੰਨਵਾਦ ਕਰਦੇ ਹਾਂ। ਤੇ ਕਲਮ ਨੇ ਜੋ ਲਿਖੇ ਅੱਖਰ ਤੁਹਾਡੇ ਨਾਮ ਕਰਦੇ ਹਾਂ। ਸ਼ਹੀਦੋ ਸਾਡੀ ਯਾਦ ਨੂੰ ਪ੍ਰਣਾਮ ਕਰਦੇ ਹਾਂ। ਊਧਮ ਸਿੰਘ ਨੂੰ ਸਲੂਟ ਕਰਦੇ ਹਾਂ ਜੀ। ਤੇ ਇਹ ਜਿਹੜੀ ਊਧਮ ਸਿੰਘ ਨੇ ਕੰਮ ਕੀਤਾ, ਇਹ ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਆ, ਸਾਰੀ ਦੁਨੀਆ ਜਾਣਦੀ ਆ। ਸਹਿਬੇ ਕੁਮਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼ਹੀਦੀ ਦਾ ਸਾਨੂੰ ਸ਼ਹੀਦੀ ਦਾ ਮਤਲਬ ਸ਼ਹੀਦੀ ਕਰਨੀ ਸਿਖਾਈ ਆ। ਸ਼ਹੀਦੀ ਬਾਰੇ ਜਾਣੂ ਕਰਾਇਆ, ਸ਼ਹੀਦੀ ਦੀਆਂ ਚੀਜ਼ਾਂ ਨੂੰ ਦੱਸਿਆ ਲੋਕਾਂ ਨੂੰ ਸ਼ਹੀਦ ਕਿਵੇਂ ਹੋਈਦਾ। ਤੇ ਜਿਹੜੀ ਬੀਬੀ ਮਾਤਾ ਮਾਨ ਕੌਰ ਬਾਰੇ ਵੀ ਸਾਨੂੰ ਮਾਣ ਆ ਜੀ। ਭਾਈ ਗੁਰਦੇਵ ਸਿੰਘ ਤੇ ਮਾਤਾ ਮਾਨ ਕੌਰ ਇੱਥੇ ਸਾਡੇ ਐਪੀਸੋਡ ਚ ਨਾਲ ਪਿਆਰ ਸੀ, ਸਾਡੇ ਨਾਲ ਘਰੇ ਰਹੇ ਇੱਕ ਦਿਨ। ਤੇ ਦੂਜਾ ਗੁਰਦੇਵ ਸਿੰਘ ਦਾ ਪਹਿਲਾਂ ਵਾਹਵਾ 5-4 ਦਿਨ ਰਹੇ, ਤੇ ਉਸ ਤੋਂ ਬਾਅਦ ਇਹ ਆਏ ਏਅਰਪੋਰਟ ਤੋਂ ਲਿਆਂਦਾ ਇਹਨਾਂ ਨੂੰ, ਘਰੇ ਰਹੇ ਆ। ਤੇ ਇੱਥੇ ਐਪੀਸੋਡ ਇਹ ਵਾਹਵਾ ਦਿਨ ਰਹੇ, ਹੋਰ ਵੀ ਕਿਤੇ ਕਿੰਨੀਆਂ ਘਰਾਂ ਚ। ਬੜਾ ਇਹਨਾਂ ਦਾ ਉਦਮ ਸੀ ਜੀ। ਤੁਹਾਨੂੰ ਹੈਰਾਨੀ ਹੋਊਗੀ ਦੱਸ ਕੇ ਨਾ, ਜਿਹੜੀਆਂ ਮੇਰੀਆਂ ਨੂੰਹ ਰਾਣੀਆਂ ਸੀ ਉਹਨਾਂ ਨਾਲ ਜ਼ਿਆਦਾ ਮਤਲਬ ਤੁਰ ਕੇ ਵਿਖਾਇਆ ਉਹਨਾਂ ਨੇ ਵੀ ਤੁਹਾਡੇ ਨਾਲ ਜ਼ਿਆਦਾ ਤੁਰ ਲੱਗੀਆਂ। ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ ਸਿੱਖੋ ਸਾਹਿਬ ਕਾਲ ਕਰਨ ਦੇ ਲਈ।
ਉਹ ਸੇਖੋ ਸਾਹਿਬ ਕਹਿੰਦੇ ਕਿ ਸਾਡੀਆਂ ਨੂੰਹਾਂ ਨੂੰ ਬੇਬੇ ਪਿੱਛੇ ਛੱਡ ਜਾਂਦੀ ਸੀ। ਮੈਂ ਦੇਖੋ ਉਹੀ ਕਹਿ ਰਿਹਾ ਨਾ ਜੀ, ਜੇ ਇੱਕ ਹੋਰ ਕਾਲਰ ਨੇ ਜੀ, ਸਵਾਗਤ ਹੈ ਜੀ ਬਹੁਤ ਬਹੁਤ। ਮੈਂ ਕਿਹਾ ਸਤਿ ਸ਼੍ਰੀ ਅਕਾਲ ਕਹਿੰਦੇ ਜੀ ਢਿੱਲੋਂ ਸਾਹਿਬ ਤੇ ਤੁਹਾਨੂੰ ਵੀ ਜੀ। ਜੀ ਸਰਦਾਰ ਪਿਆਰਾ ਸਿੰਘ ਜੀ ਸਵਾਗਤ ਹੈ ਜੀ ਬਹੁਤ ਬਹੁਤ। ਠੀਕ ਠਾਕ ਤੁਹਾਨੂੰ ਮੈਂ ਸਵਾਗਤ ਤੁਹਾਡਾ ਕਰ ਲਵਾਂਗਾ ਸਿੰਘ ਬਹੁਤ ਰਾਹ ਮਿਲੇ ਆ। ਬਿਲਕੁਲ ਜੀ ਬਿਲਕੁਲ, ਤੁਹਾਡਾ ਵੀ ਸਵਾਗਤ ਹੈ ਜੀ ਬਹੁਤ ਬਹੁਤ। ਚਲੋ ਧੰਨਵਾਦ ਜੀ। ਤੇ ਬਾਕੀ ਹੈ ਵੀ ਚਲੋ ਵੱਖਰੇ ਢਿੱਲੋਂ ਸਾਹਿਬ ਨੇ ਸਾਰੀ ਚਰਚਾ ਕਰ ਦਿੰਦੇ ਆ। ਸਾਡੀ ਵੀ ਬੇਬੇ ਮਾਨ ਕੌਰ ਨੂੰ ਸ਼ਰਧਾਂਜਲੀ ਜਿਹੜੇ ਕਿ ਸਾਡੇ ਵਾਸਤੇ ਪ੍ਰੇਰਨਾ ਸਰੋਤ ਸਨ। ਤੇ ਆਪਾਂ ਅੱਜ ਇੰਨੇ ਕਹਿਣਾ ਤੁਹਾਡੇ ਆਉਣ ਦੀ ਖੁਸ਼ੀ ਵਿੱਚ। ਧੰਨਵਾਦ ਜੀ ਜੀ, ਬਹੁਤ ਬਹੁਤ ਧੰਨਵਾਦ ਜੀ ਸਰਦਾਰ ਪਿਆਰਾ ਸਿੰਘ ਜੀ। ਸੋ ਦੇਖੋ ਮਤਲਬ ਜਿੱਥੇ ਵੀ ਸਾਡਾ ਪੰਜਾਬੀ ਭਾਈਚਾਰਾ ਵਸਦਾ ਤੇ ਉੱਥੇ ਹੀ ਜਾ ਕੇ ਬੇਬੇ ਮਾਨ ਕੌਰ ਵੱਲੋਂ ਦੇਖੋ ਦੌੜਾਂ ਲਗਾਈਆਂ ਗਈਆਂ ਨੇ। ਬਹੁਤ ਸਾਰੇ ਦਰਸ਼ਕ ਦੱਸਦੇ ਵੀ ਨੇ ਕਿ ਪਰਸਨਲੀ ਰਿਕੁਐਸਟ ਕਰਨ ਤੇ ਉਹ ਉਹਨਾਂ ਦੇ ਘਰ ਵੀ ਗਏ ਨੇ। ਇੱਕ ਮਤਲਬ ਪਰਿਵਾਰਕ ਜਿੱਦਾਂ ਸਾਂਝ ਹੋ ਜਾਂਦੀ ਹੈ ਨਾ। ਤੇ ਵਿੱਚੋਂ ਸੇਖੋਂ ਸਾਹਿਬ ਇਹ ਵੀ ਦੱਸ ਕੇ ਗਏ ਨੇ ਕਿ ਆਪਾਂ ਚਰਚਾ ਕਰਦੇ ਸੀ ਕਿ ਸਾਡੀਆਂ ਨੂੰਹਾਂ ਦੇ ਨਾਲੋਂ ਵੀ ਜ਼ਿਆਦਾ ਐਕਟਿਵ ਉਹ ਸੀਗੇ ਉਸ ਉਮਰ ਦੇ ਵਿੱਚ। ਕੋਈ ਅਤਕਥ ਨਹੀਂ, ਕੋਈ ਸ਼ੱਕ ਨਹੀਂ। ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਅਸੀਂ ਪੱਛਮੀ ਸਭਿਅਤਾ ਦਾ ਪਹਿਰਾਵਾ ਤਾਂ ਅਪਣਾ ਲਿਆ, ਘੱਟ ਕੱਪੜੇ ਪਾਉਣੇ, ਅੰਗ ਪ੍ਰਦਰਸ਼ਨੀ ਕਰਨੀ। ਉਹਦੇ ਇਲਾਵਾ ਜਿਹੜਾ ਪੰਜਾਬੀ ਪਹਿਰਾਵਾ ਤੁਸੀਂ ਕਦੇ ਦੇਖੋ, ਪੰਜਾਬੀ ਪਹਿਰਾਵੇ ਦਾ ਵਿਸ਼ਵ ਪੱਧਰ ਦੇ ਉੱਤੇ ਸਥਾਨ ਹੈ। ਜਿਵੇਂ ਸੇਖੋ ਸਾਹਿਬ ਨੇ ਕਿਹਾ ਕਿ ਬੇਬੇ ਮਾਨ ਕੌਰ ਹੋਰਾਂ ਨੇ ਉਹਨਾਂ ਦੀਆਂ ਨੂੰਹਾਂ ਉਹਨਾਂ ਦੇ ਮੁਕਾਬਲੇ ਨਹੀਂ ਚੱਲ ਸਕਦੀਆਂ ਸੀ। ਇਸ ਕਰਕੇ ਬੇਬੇ ਮਾਨ ਕੌਰ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ ਕਿ ਜਿਹੜੀ ਬੇਬੇ ਨੇ 105 ਸਾਲ 103 ਸਾਲ ਤਾਂ ਮੈਨੂੰ ਪਤਾ ਹੈ ਜਦੋਂ ਉਹ ਸਾਡੇ ਕੋਲੇ ਇੱਥੇ ਗਰਾਊਂਡ ਦੇ ਵਿੱਚ ਆਏ ਸਨ, ਪਾਰਕ ਦੇ ਵਿੱਚ ਆਏ ਸਨ, ਉਸ ਵੇਲੇ ਬੇਬੇ ਜੀ 103 ਸਾਲ ਤੋਂ ਉੱਪਰੇ ਸੀ। ਤਾਂ ਉਹਨਾਂ ਨੇ 2 ਸਾਲ ਪਹਿਲਾਂ ਦੀ, ਪੌਣੇ 2 ਸਾਲ ਦੀ ਗੱਲ ਹੈ। ਤਾਂ ਉਦੋਂ ਵੀ ਉਹਨਾਂ ਨੇ ਕਿਹਾ ਕਿ ਜੇ ਇਰਾਦਾ ਦ੍ਰਿੜ ਹੋਵੇ ਤਾਂ ਬੰਦਾ ਆਪਣੀਆਂ ਮੰਜ਼ਿਲਾਂ ਤੱਕ ਪਹੁੰਚ ਸਕਦਾ ਹੈ। ਉਹਨਾਂ ਨੇ ਜੋ ਕੁਝ ਕੀਤਾ, ਉਹਨਾਂ ਦੇ ਜੀਵਨ ਇੱਕ ਕਿਤਾਬ ਹੈ, ਇੱਕ ਗ੍ਰੰਥ ਲਿਖੇ ਜਾ ਸਕਦੇ ਨੇ। ਬੇਬੇ ਮਾਨ ਕੌਰ ਤੋਂ ਸਾਡੀਆਂ ਜਿਹੜੀਆਂ ਨਵੀਆਂ ਬੱਚੀਆਂ ਨੇ ਇਹਨਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਉਹ ਚੀਜ਼ਾਂ ਅਪਣਾਓ ਜਿਹਦੇ ਨਾਲ ਤੁਹਾਡਾ ਜੀਵਨ ਲੰਬੇ ਸਮੇਂ ਤੱਕ ਚੱਲ ਸਕੇ। ਬਹੁਤ ਸਾਰੀਆਂ ਬਿਮਾਰੀਆਂ ਅਸੀਂ ਖੁਦ ਸੇੜੀਆਂ ਹੋਈਆਂ ਨੇ। ਵਰਜਿਸ਼ ਨਹੀਂ ਕਰਨੀ, ਮੈਦਾਨ ਦੇ ਵਿੱਚ ਨਹੀਂ ਜਾਣਾ, ਸਵੇਰੇ ਵੀ ਤੋਂ ਲੈ ਕੇ ਸ਼ਾਮ ਤੱਕ ਟੀਵੀ ਦੇ ਦੁਆਲੇ ਬੈਠੇ ਰਹਿਣਾ ਜਾਂ ਮੋਬਾਈਲਾਂ ਦੇ ਉੱਤੇ ਫੋਨਾਂ ਨੂੰ ਚੈੱਕ ਕਰੀ ਜਾਣਾ। ਸੋ ਬੇਬੇ ਮਾਨ ਕੌਰ ਦਾ ਦ੍ਰਿੜ ਸੀ, ਉਹਨਾਂ ਦਾ ਸੌਣ ਦਾ ਟਾਈਮ ਵੀ ਜਿਹੜਾ ਸੀ ਉਹ ਵੀ ਪੱਕਾ ਸੀ, ਉਹਨਾਂ ਦਾ ਖਾਣ ਦਾ ਟਾਈਮ ਵੀ ਪੱਕਾ ਸੀ ਤੇ ਸਵੇਰੇ ਉੱਠ ਕੇ ਮੈਦਾਨ ਦੇ ਵਿੱਚ ਜਾਣ ਦਾ ਟਾਈਮ ਵੀ ਪੱਕਾ ਸੀ। ਇਸੇ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬੇਬੇ ਮਾਨ ਕੌਰ ਦਾ ਜੋ ਸਤਿਕਾਰ ਸੀ ਉਹ ਮੈਂ ਕਿਸੇ ਹੋਰ ਦਾ ਨਹੀਂ ਦੇਖਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਨੇ ਉਹਨਾਂ ਨੂੰ ਬੇਬੇ ਮਾਨ ਕੌਰ ਦੀ ਇਸ ਬੇਵਕਤੀ ਮੌਤ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਜਿਵੇਂ ਮਿਲਖਾ ਸਿੰਘ ਬਾਰੇ ਲੋਕਾਂ ਨੇ ਕਹਿਤਾ ਸੀ ਕਿ ਮਿਲਖਿਆ ਤੇਰੇ ਵਰਗਾ 50 ਸਾਲ ਇੱਥੇ ਬੰਦਾ ਪੈਦਾ ਨਹੀਂ ਹੋਣਾ, ਤਾਂ ਬੇਬੇ ਮਾਨ ਕੌਰ ਵਰਗੀ ਵੀ ਕੋਈ ਸ਼ਖਸੀਅਤ ਸਦੀਆਂ ਬਾਅਦ ਚਲੀ ਜਾਣੀ ਹੈ, ਪਰ ਬੇਬੇ ਮਾਨ ਕੌਰ ਪੈਦਾ ਨਹੀਂ ਹੋਣੀ। ਅਸੀਂ ਆਪਣੇ ਚੈਨਲ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਬੇਬੇ ਮਾਨ ਕੌਰ ਦੀ ਬੇਵਕਤੀ ਮੌਤ ਦੇ ਉੱਤੇ ਸ਼ਰਧਾਂਜਲੀ ਭੇਟ ਕਰਦੇ ਜੀ। ਅੱਛਾ ਢਿੱਲੋਂ ਸਾਹਿਬ, ਇਹਦੇ ਨਾਲ ਆਪਾਂ ਗੱਲਬਾਤ ਇਹ ਵੀ ਕਰਾਂਗੇ ਕਿ ਪੰਜਾਬ ਦੀ ਧੀ ਆ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਕਮਲਪ੍ਰੀਤ ਕੌਰ, ਉਹਨੇ ਡਿਸਕਸ ਥਰੋ ਦੇ ਵਿੱਚ ਫਾਈਨਲ ਦੇ ਵਿੱਚ ਟੋਕੀਓ 올림픽ਸ ਦੇ ਵਿੱਚ ਜਗ੍ਹਾ ਬਣਾ ਲਈ ਹੈ। 64 ਮੀਟਰ ਦੂਰ ਤੱਕ ਉਹਨਾਂ ਨੇ ਇਹ ਥਰੋ ਕੀਤਾ। ਤੇ ਇਸ ਤੋਂ ਇਲਾਵਾ 41 ਸਾਲ ਬਾਅਦ ਹਾਕੀ ਦੀਆਂ ਖਿਡਾਰਨਾਂ ਜਾਂ ਹਾਕੀ ਦੀ ਸਾਡੀ ਵੂਮਨ ਟੀਮ ਹੈ ਉਹ ਕੁਆਟਰ ਫਾਈਨਲ 'ਚ ਪਹੁੰਚੀਆਂ ਨੇ। ਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਪਹਿਲਾ ਮੈਚ ਜਿੱਤਿਆ ਸੀ 41 ਸਾਲ ਬਾਅਦ ਤੇ ਇਹ ਦੂਸਰਾ ਜਿੱਤ ਕੇ ਕੁਆਟਰ ਫਾਈਨਲ ਤੇ ਗਏ ਨੇ। ਇੱਕ ਸਾਡੇ ਨਾਲ ਹੋਰ ਕਾਲਰ ਨੇ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਰਾਓ ਸਾਹਿਬ, ਸਮੇਂ ਵਾਲੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ ਜੀ ਤੁਹਾਨੂੰ। ਤੇ ਬੇਨਤੀ ਹੈਗੀ ਹੈ ਵੀ ਕੈਪਟਨ ਸਾਹਿਬ ਦੇ 93% ਵਾਅਦੇ ਪੂਰੇ ਕਰਨ ਵਾਲੀ ਸਾਰੇ ਇਹਨਾਂ ਨੂੰ ਸੰਗ ਨਹੀਂ ਆਉਂਦੀ ਜੀ। ਦੇਖੋ ਗੁਟਕਾ ਸਾਹਿਬ ਫੜ ਕੇ ਵੀ ਬੰਦੇ ਸਹੁੰ ਚੁੱਕ ਸਕਦੇ ਨੇ, ਕਿਸੇ ਮੇਰੇ ਵਰਗੇ ਨੇ ਮਾੜੇ ਬੰਦੇ ਨੇ ਸਹੁੰ ਚੁੱਕੀ ਹੁੰਦੀ ਨੇ, ਤੁਰਿਆ ਜਾਂਦਾ ਤਿਲਕ ਕੇ ਡਿੱਗ ਪੈਂਦਾ ਤੇ ਲੋਕਾਂ ਨੇ ਆਖਣਾ ਹੀ ਇਹਨੂੰ ਸਹੁੰ ਲੈ ਗਈ। ਆਦੋਂ ਵੀ ਰੱਬ ਇਹਨਾਂ ਵਾਰੀ ਸੁੱਤਾ ਪਿਆ ਕਿ ਰੱਬ ਹੈਗਾ ਹੀ ਕੋਈ ਨਹੀਂਗਾ ਸਰ। ਥੈਂਕ ਯੂ। ਇਹ ਵੱਡਾ ਸਵਾਲ ਸਮੇਂ ਵਾਲੀ ਸਾਹਿਬ ਕਰ ਗਏ ਢਿੱਲੋਂ ਸਾਹਿਬ। ਹਾਂਜੀ ਆਪਾਂ ਜਿਹੜੀ ਗੱਲ ਕਰ ਰਹੇ ਸੀ, ਤੁਸੀਂ ਕਮਲਪ੍ਰੀਤ ਦੀ ਪਹਿਲਾਂ ਗੱਲ ਕੀਤੀ ਹੈ, ਪਹਿਲਾਂ ਕਮਲਪ੍ਰੀਤ ਵਾਲੇ ਮਾਮਲੇ ਤੇ ਗੱਲ ਕਰ ਲਈਏ। ਦੇਖੋ ਰਾਓ ਬ੍ਰਦਰ, ਕਮਲਪ੍ਰੀਤ ਮਲੋਟ ਤੋਂ ਜਦੋਂ ਆਪਾਂ ਜਾਂਦੇ ਆ ਨਾ ਅਬੋਹਰ ਨੂੰ, ਤਾਂ ਰਸਤੇ ਦੇ ਵਿੱਚ ਪਿੰਡ ਆਉਂਦਾ ਕਬਰ ਵਾਲਾ। ਖਾੜਕੂਬਾਦ ਮੌਕੇ ਇਹ ਪਿੰਡ ਬੜਾ ਆਪਣੇ ਆਪ ਦੇ ਵਿੱਚ ਚਰਚਾ 'ਚ ਆਇਆ ਸੀ ਕਿਉਂਕਿ ਇਸ ਪਿੰਡ ਦੇ ਰੇਲਵੇ ਸਟੇਸ਼ਨ ਤੇ ਉਹ ਜਿਹੜਾ ਕਾਲਾ ਦੌਰ ਸੀ ਉਹਦੇ ਵਿੱਚ
ਕੁਝ ਮੁਸਾਫਰਾਂ ਨੂੰ ਕੱਢ ਕੇ ਗੋਲੀ ਮਾਰ ਦਿੱਤੀ ਗਈ ਸੀ। ਸੋ ਕਬਰ ਵਾਲਾ ਜਿਹੜਾ ਹੈਗਾ ਉਹ ਕਾਫੀ ਮਸ਼ਹੂਰ ਪਿੰਡ ਹੈਗਾ। ਇਹ ਲੜਕੀ ਕਮਲਪ੍ਰੀਤ ਕੌਰ ਉੱਥੋਂ ਦੀ ਹੈ। ਤੁਸੀਂ ਇੱਕ ਚੀਜ਼ ਦੇਖੋ ਕਿ ਜਿਹੜੀਆਂ ਟੀਮ ਪ੍ਰਦਰਸ਼ਨੀਆਂ ਨੇ ਉਹ ਫਿੱਕੀਆਂ ਪੈਂਦੀਆਂ ਜਾ ਰਹੀਆਂ ਨੇ। ਬਹੁਤ ਗਿਣਤੀ ਜਿਹੜੇ ਵਿਅਕਤੀਗਤ ਖੇਡਾਂ ਨੇ, ਵਿਅਕਤੀਗਤ ਮੁਕਾਬਲੇ ਨੇ, ਉਹਦੇ ਵਿੱਚ ਅੱਗੇ ਬਾਜੀ ਮਾਰੀ ਜਾ ਰਹੀ ਹੈ। ਸਾਡੀ ਇੱਕ ਇਸ ਤੋਂ ਪਹਿਲਾਂ ਵੀ ਥਰੋਰ ਹੁੰਦੀ ਸੀ ਹਰਵੰਤ ਕੌਰ, ਅੱਜ ਕੱਲ ਪੰਜਾਬ ਪੁਲਿਸ ਦੇ ਵਿੱਚ ਉਹ ਮੇਰੇ ਖਿਆਲ SP ਬਣ ਗਏ ਨੇ, ਹੈ ਨਾ, ਆਪਣੇ ਇੱਥੇ ਵੀ ਰਹਿ ਕੇ ਗਏ ਨੇ। ਹਰਵੰਤ ਕੌਰ ਨੂੰ ਮੈਂ ਆਪਣੇ ਯਾਦਵਿੰਦਰਾ ਪਬਲਿਕ ਸਕੂਲ ਦੇ ਮੈਦਾਨ ਵਿੱਚ ਜਦੋਂ ਅੰਤਰ ਸਕੂਲ ਖੇਡਾਂ ਹੋਈਆਂ ਸੀਗੀਆਂ ਉਸ ਵੇਲੇ ਦੇਖਿਆ ਸੀਗਾ। ਸੋ ਇਹ ਕਮਲਪ੍ਰੀਤ ਕੌਰ ਨੇ ਜੇ ਹੁਣ ਇਹ ਡਿਸਕਸ ਥਰੋ ਦੇ ਵਿੱਚ ਸਾਨੂੰ ਮੈਡਲ ਦੀ ਉਮੀਦ, ਤਗਮੇ ਦੀ ਉਮੀਦ ਜਤਾ ਦਿੱਤੀ ਹੈ। ਦੂਜਾ ਤੁਸੀਂ ਹਾਕੀ ਦਾ ਕਿਹਾ, ਹਾਕੀ ਪੁਰਸ਼ਾਂ ਦੇ ਵਿੱਚ ਵੀ ਜਿਹੜਾ ਹੈਗਾ ਉਹ ਦੂਜੇ ਸਥਾਨ ਤੇ ਪਹੁੰਚ ਚੁੱਕੀ ਹੈ ਔਰ ਕੁਆਟਰ ਫਾਈਨਲ ਜੇ ਅਸੀਂ ਜਿੱਤ ਜਾਂਦੇ ਆ ਤਾਂ ਸਾਡਾ ਇੱਕ ਤਗਮਾ ਜਿਹੜਾ ਹੈਗਾ ਆਉਣ ਦਾ ਪੂਰੀ ਆਸ ਹੈ। ਔਰ ਹਾਕੀ ਖਿਡਾਰੀਆਂ ਨੇ ਕਾਫੀ ਅੱਛਾ ਪ੍ਰਦਰਸ਼ਨ ਕੀਤਾ। ਕੁਝ ਉਹਨਾਂ ਦੀ ਪ੍ਰਦਰਸ਼ਨੀ ਦੇ ਵਿੱਚ ਸਾਡੇ ਸਾਬਕਾ ਹਾਕੀ ਕਪਤਾਨ ਪ੍ਰਗਟ ਸਿੰਘ ਹੋਰਾਂ ਨੇ ਆਖਿਆ ਕਿ ਇਹਨਾਂ ਨੂੰ ਆਹ ਚੀਜ਼ਾਂ ਤੇ ਹੋਰ ਸਕਿੱਲ ਜਿਹੜੀ ਆ ਉਹ ਦਿਖਾਉਣੀ ਚਾਹੀਦੀ ਹੈ। ਸੋ ਮੈਂ ਸਮਝਦਾ ਹੈਗਾ ਕਿ ਪ੍ਰਗਟ ਸਿੰਘ ਵਰਗੇ ਜਿਨ੍ਹਾਂ ਨੇ 10 ਸਾਲ ਕਪਤਾਨੀ ਕੀਤੀ ਹੈ, ਇੱਕ ਦਹਾਕਾ ਕਪਤਾਨੀ ਕੀਤੀ ਹੈ, ਅਜਿਹੇ ਖਿਡਾਰੀਆਂ ਨੂੰ ਜਦੋਂ ਇਹਨਾਂ ਦੇ ਕੈਂਪ ਲੱਗਦੇ ਆ ਨਾ, ਉਹਨਾਂ ਦੇ ਵਿੱਚ ਇਹਨਾਂ ਦੇ ਤਜਰਬੇ ਦਾ ਫਾਇਦਾ ਲੈਣਾ ਚਾਹੀਦਾ। ਪਤਾ ਨਹੀਂ ਅਸੀਂ ਉਸ ਪਾਸੇ ਵੱਲ ਕਿਉਂ ਨਹੀਂ ਜਾਂਦੇ। ਸੋ ਰਾਓ ਬਹੁਤ ਵਧੀਆ ਇਹਨਾਂ ਦਾ ਪ੍ਰਦਰਸ਼ਨੀ ਹੈ। ਕਈ ਖਿਡਾਰੀਆਂ ਨੇ, ਕਈਆਂ ਨੇ ਤਗਮੇ ਪ੍ਰਾਪਤ ਕੀਤੇ ਹੈ, ਕਈ ਤਗਮਿਆਂ ਦੀ ਸੂਚੀ 'ਚ ਲੱਗੇ ਹੋਏ ਨੇ। ਐਡਾ ਵੱਡਾ ਮੁਲਕ ਹੈ, ਸਾਡੇ ਤਾਂ ਵੈਸੀ ਸ਼ਰਮ ਪੱਲੇ ਹੋਣੀ ਚਾਹੀਦੀ ਹੈ ਕਿ ਸਭ ਤੋਂ ਹੇਠਲੀ ਲਾਈਨ ਦੇ ਵਿੱਚ ਅੱਜ ਭਾਰਤ ਦਾ ਨਾਮ ਆ ਰਿਹਾ ਹੈਗਾ। ਜਿਹੜੇ ਛੋਟੇ ਛੋਟੇ ਮੁਲਕ ਨੇ ਉਹ ਸਾਡੇ ਨਾਲੋਂ ਕਿਤੇ ਅੱਗੇ। ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਜਿੱਥੇ ਸਿਆਸਤ ਭਾਰੂ ਹੋਵੇ, ਭ੍ਰਿਸ਼ਟਾਚਾਰ ਭਾਰੂ ਹੋਵੇ। ਇਹ ਜਿਹੜੀ ਸਾਡੀ ਕਮਲਪ੍ਰੀਤ ਕੌਰ ਲੜਕੀ ਹੈ, ਇਹਨੂੰ ਸਲੂਟ ਕਰਦੇ ਹਾਂ ਕਿ ਉਹਨੇ ਬਹੁਤ ਮਿਹਨਤ ਕੀਤੀ ਤੇ ਇਹਨਾਂ ਦੇ ਕੋਚਿਜ ਸਾਹਿਬਾਨ ਜਿਨ੍ਹਾਂ ਨੇ ਇਹਨੂੰ ਟ੍ਰੇਨਿੰਗ ਦਿੱਤੀ। ਨਹੀਂ, ਆਮ ਤੌਰ ਤੇ ਬਹੁਤ ਮਾਰੇ ਕੋਚਿਜ ਦੇ ਉੱਤੇ ਇਲਜ਼ਾਮ ਲੱਗਦੇ ਆ ਜਿਹੜੇ ਬਿਆਨ ਨਹੀਂ ਕੀਤੇ ਜਾ ਸਕਦੇ। ਅਸੀਂ ਕੋਚ ਨੂੰ ਵੀ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਕਠਨ ਟ੍ਰੇਨਿੰਗ ਦੇ ਕੇ, ਜਿਵੇਂ ਲੋਹਾ ਪੱਠੀ 'ਚ ਪਿਘਲਾ ਕੇ ਉਹਨੂੰ ਵੱਖ-ਵੱਖ ਪਾਸੇ ਢਾਲਿਆ ਜਾਂਦਾ ਨਾ, ਉਸੇ ਤਰ੍ਹਾਂ ਉਹਨਾਂ ਨੇ, ਤੁਸੀਂ ਦੇਖੋ ਵੀ ਤੇ ਕਮਲਪ੍ਰੀਤ ਕੌਰ ਜੇ ਅੱਜ ਓਲੰਪਿਕ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਬਹੁਤ ਅੱਛਾ ਲੱਗਿਆ। ਕੱਲ੍ਹ ਨੂੰ ਜਿਹੜੀਆਂ ਹੋਰ ਖੇਡਾਂ ਹੋਣਗੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਉਹਦੇ ਵਿੱਚ ਵੀ ਭਾਗ ਲੈਣ। ਇਸ ਲੜਕੀ ਤੋਂ ਆਸਾਂ ਬਹੁਤ ਨੇ ਤੇ ਉਮੀਦ ਹੈ ਕਿ ਉਹਦੇ ਕੋਚਿਸ ਸਾਹਿਬਾਨ ਉਹਨਾਂ ਨੂੰ ਹੋਰ ਮਿਹਨਤ ਕਰਾਉਣਗੇ ਤਾਂ ਕਿ ਅਗਲੇ ਸਮੇਂ ਦੇ ਵਿੱਚ ਕਮਲਪ੍ਰੀਤ ਇਸ ਤੋਂ ਵੀ ਤੇ ਇਹਨਾਂ ਤੋਂ ਪ੍ਰੇਰਨਾ ਲੈ ਕੇ ਜਿਹੜੇ ਹੋਰ ਨੌਜਵਾਨ ਹੈ ਉਹ ਉਸ ਪਾਸੇ ਜਾਣ। ਰਾਓ ਵਰਿੰਦਰ, ਮੈਨੂੰ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈਗੀ ਕਿ ਜਿੱਥੋਂ ਇਹ ਪਨੀਰੀ ਤਿਆਰ ਹੋਣੀ ਆ ਹੇਠਲੇ ਪੱਧਰ ਤੋਂ, ਉੱਥੇ ਬੁਰੀ ਤਰ੍ਹਾਂ ਬੇੜਾ ਗਰਕ ਕੀਤਾ ਵਾ। ਕਿਸੇ ਖੇਡ ਮੰਤਰੀ ਨੂੰ ਕੱਖ ਨਹੀਂ ਪਤਾ। ਹਰੇਕ ਪਿੰਡ ਦੇ ਵਿੱਚ 4 ਇੱਟਾਂ ਲਾ ਕੇ ਬਣਾ ਦਿਓ ਜੀ, ਸਟੇਡੀਅਮ ਬਣਾ ਦਿਓ। ਉਹਦੇ ਨਾਲੋਂ ਚੰਗਾ ਤਾਂ ਇਹ ਹੋਵੇ ਕਿ ਤੁਸੀਂ ਸਬ ਡਿਵੀਜ਼ਨ ਪੱਧਰ ਦੇ ਉੱਤੇ ਅਜਿਹਾ ਇੱਕ ਸਬ ਡਿਵੀਜ਼ਨ ਦੇ ਵਿੱਚ 50 ਸਟੇਡੀਅਮ ਬਣਾਉਣ ਦੀ ਥਾਂ ਦੇ ਉੱਤੇ ਸਬ ਡਿਵੀਜ਼ਨ ਦੇ ਵਿੱਚ ਇੱਕ ਵਧੀਆ ਸਟੇਡੀਅਮ ਬਣਾਓ ਜਿਹਦੇ ਵਿੱਚ ਸਾਰੀਆਂ ਸਹੂਲਤਾਂ ਹੋਣ। ਉੱਥੇ ਹੀ ਵਧੀਆ ਹਸਪਤਾਲ ਬਣਾ ਦਿਓ। ਇਸ ਪਾਸੇ ਵੱਲ ਅਸੀਂ ਤੁਰ ਨਹੀਂ ਰਹੇ ਜਿੱਥੋਂ ਪਨੀਰੀ ਨੇ ਚੱਲਣਾ ਹੈ। ਹੁਣ ਇਹ ਕਮਲਪ੍ਰੀਤ ਕੌਰ ਇੱਥੋਂ ਤੱਕ ਪਹੁੰਚ ਗਈ, ਹੇਠਲੇ ਪੱਧਰ ਤੋਂ ਉਹ ਕਿਵੇਂ ਇੱਥੋਂ ਤੱਕ ਪਹੁੰਚੀ? ਲੜਕੀਆਂ ਨੂੰ ਬਾਹਰ ਅੰਦਰ ਜਾਣਾ ਬੜਾ ਔਖਾ ਹੋ ਜਾਂਦਾ। ਉਹਦੇ ਕੋਚਰ ਸਾਹਿਬਾਨ, ਉਹਦੇ ਮਾਤਾ ਪਿਤਾ ਕਿਹੜੇ ਦੱਸੋ ਵੀ ਹੇਠਲੇ ਪੱਧਰ ਤੋਂ ਉਹਨੂੰ ਉੱਪਰ ਚੁੱਕਿਆ ਹੋਣਾ। ਅੱਜ ਕਮਲਪ੍ਰੀਤ ਕੌਰ ਦਾ ਨਾਂ ਆ ਗਿਆ। ਅੱਜ ਸਾਰਿਆਂ ਨੇ ਉਹਦੇ ਬਾਰੇ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਉਹਦੀ ਸ਼ਲਾਘਾ ਕੀਤੀ ਹੈ। ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦਾ ਖੇਤਰ ਪੈਂਦਾ ਕਿਉਂਕਿ ਵਿਧਾਨ ਸਭਾ ਕਬਰਵਾਲਾ ਪਿੰਡ ਵਿਧਾਨ ਸਭਾ ਹਲਕਾ ਲੰਬੀ ਦੇ ਖੇਤਰ ਹੈਗਾ, ਇਸ ਕਰਕੇ ਉਹਨਾਂ ਨੇ ਵੀ ਵਧਾਈ ਦਿੱਤੀ ਹੈ। ਮੈਂ ਸਮਝਦਾ ਕਿ ਤੁਸੀਂ 5-5 ਸਾਲ ਮੁੱਖ ਮੰਤਰੀ ਰਹੇ, 2 ਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਿਆ ਹੋਗੇ, ਮਤਲਬ ਹੇਠਲੇ ਪੱਧਰ ਤੇ ਕੀ ਸੋਚਿਆ। ਹਰਿਆਣੇ ਦੀ ਇੱਕੋ ਲੜਕੀ ਜਿਹੜੀ ਮਤਲਬ ਕੁਸ਼ਤੀ ਦੇ ਵਿੱਚ ਸੀ, ਉਹਦਾ ਪਿਤਾ ਰੋਡਵੇਜ਼ ਦੇ ਵਿੱਚ ਇੱਕ ਮੁਲਾਜ਼ਮ ਸੀ, ਉਹਨੂੰ ਕਿਤੇ ਨਾ ਕਿਤੇ ਲਿਜਾਣ ਵਾਸਤੇ ਉਦੋਂ ਸਹੂਲਤਾਂ ਦਿਓ। ਬਿਲਕੁਲ, ਪਨੀਰੀ ਪੈਦਾ ਕਰਨ ਵਾਸਤੇ ਸਹੂਲਤਾਂ ਦਿਓ, ਪਨੀਰੀ ਪੈਦਾ ਕਰਨ ਵਾਸਤੇ ਸਟੇਡੀਅਮ ਬਣਾਓ, ਪਨੀਰੀ ਪੈਦਾ ਕਰਨ ਵਾਸਤੇ ਉਹਨਾਂ ਦਾ ਦੇਖੋ ਕਿ ਜੇ ਬੰਦਾ ਆਰਥਿਕ ਪੱਖੋਂ ਕਮਜ਼ੋਰ ਹੈ ਲੇਕਿਨ ਉਹਨੂੰ
ਲੋੜ ਹੈ ਉਸ ਵੇਲੇ ਉਹਦੀ ਸਹਾਇਤਾ ਕਰੋ, ਉੱਥੇ ਅਸੀਂ ਨਹੀਂ ਕਰ ਰਹੇ। ਸੋ ਰਾਓ ਇਸ ਕਰਕੇ ਜਿਹੜਾ ਇਹ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ ਸਾਨੂੰ ਸਾਰਿਆਂ ਨੂੰ ਕਿ ਕਿਵੇਂ ਕਮਲਪ੍ਰੀਤ ਕੌਰ ਨੇ ਕਿੰਨੇ ਕਠਿਨ ਹਾਲਾਤਾਂ ਦੇ ਵਿੱਚ ਇੱਥੋਂ ਤੱਕ ਬਾਜੀ ਮਾਰੀ ਹੈ। ਜੇ ਇਸ ਬੱਚੀ ਨੂੰ ਹੋਰ ਵਧੀਆ ਸਹੂਲਤਾਂ ਦਿੱਤੀਆਂ ਜਾਣ, ਇਹਦੀ ਹੋਰ ਪ੍ਰੈਕਟਿਸ ਕਰਾਈ ਜਾਵੇ ਤਾਂ ਇਹਦੇ ਤੋਂ ਸਾਨੂੰ ਆਸਾਂ ਬਹੁਤ ਨੇ। ਬਿਲਕੁਲ ਬਿਲਕੁਲ। ਤੇ ਇਹ ਤਾਂ ਸੀ ਢਿੱਲੋਂ ਸਾਹਿਬ ਗੱਲ ਹੁਣ ਤੱਕ ਖੇਡਾਂ ਦੇ ਨਾਲ ਜੁੜੀ ਹੋਈ ਜਾਂ ਸਿਹਤ ਦੇ ਨਾਲ ਜੁੜੀ ਹੋਈ ਜੀ। ਤੇ ਜੇ ਹੁਣ ਆਪਾਂ ਰਾਜਨੀਤੀ ਵੱਲ ਚੱਲੀਏ ਤਾਂ ਜਿਹੜਾ ਬਿਆਨ ਕੈਪਟਨ ਅਮਰਿੰਦਰ ਸਿੰਘ ਕੱਲ ਸੁਨਾਮ ਦੇ ਵਿੱਚ ਦੇ ਕੇ ਗਏ ਨੇ, ਉਹ ਕਹਿੰਦੇ ਜੀ ਕਨਫਿਊਜ਼ਨ ਸੀ 18 ਨੁਕਤਿਆਂ ਦੇ ਉੱਤੇ ਤਾਂ, ਕਿਉਂਕਿ 93% ਵਾਅਦੇ ਤਾਂ ਕਹਿੰਦੇ ਅਸੀਂ ਪਹਿਲਾਂ ਪੂਰੇ ਕਰ ਚੁੱਕੇ ਹਾਂ, ਸਿਰਫ 7% ਰਹਿ ਗਏ। ਕਿ ਵਾਕਈ ਢਿੱਲੋਂ ਸਾਹਿਬ ਸਿਰਫ 7% ਰਹਿ ਗਏ, 93% ਵਾਕਈ? ਮੇਰਾ ਖਿਆਲ ਹੈ ਨਾ ਕੈਪਟਨ ਸਾਹਿਬ ਨੂੰ ਪੰਜਾਬ ਦੇ ਵਿੱਚ ਨਾ ਮੁੱਖ ਮੰਤਰੀ ਦੀ ਕੁਰਸੀ ਲਈ ਸਿੱਧੀਆਂ ਵੋਟਾਂ ਪਵਾ ਲੈਣੀਆਂ ਚਾਹੀਦੀਆਂ ਨੇ। ਹੁਣ 93% ਉਹਨਾਂ ਨੇ ਵਾਅਦੇ ਪੂਰੇ ਕਰਤੇ। ਪਟਿਆਲੇ ਦੇ ਵਿੱਚ 6 ਮਹੀਨੇ ਹੋ ਗਏ ਉਹਨਾਂ ਦੇ ਲੋਕ ਜਾ ਕੇ ਮੁਲਾਜ਼ਮ ਜਾ ਕੇ ਘਰ ਘੇਰੀ ਜਾਂਦੇ ਆ, ਤੇ ਇਹ ਕੌਣ ਨੇ, ਇਹ ਕਿਉਂ ਤੁਰੇ ਫਿਰਦੇ ਨੇ? ਕੱਲ ਜਦੋਂ ਕੈਪਟਨ ਸਾਹਿਬ ਉੱਥੇ ਗਏ, ਉਹਨਾਂ ਨੂੰ ETT ਮਨਰੇਗਾ ਜੀ ਇੱਥੋਂ ਤੱਕ ਕਿ ਸੁਤੰਤਰਤਾ ਸੈਲਾਨੀਆਂ ਨੇ ਵੀ ਘੇਰਿਆ, ਵੀ ਘੇਰਾ ਤਾਂ ਫਿਰ ਪੈਣਾ ਹੀ ਹੈ ਢਿੱਲੋਂ ਸਾਹਿਬ, ਉੱਥੇ ਪਿਆ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈਗਾ ਰਾਓ ਜੀ, ਕਿ ਜਿਹੜੇ ਲੋਕ ਜਿਵੇਂ ਹੁਣ ਸ਼ਹੀਦ ਊਧਮ ਸਿੰਘ ਦਾ ਦਿਹਾੜਾ ਸੀ ਜੀ, ਇਹੋ ਜਿਹੇ ਮੌਕੇ ਗੁਰੇਜ਼ ਕਰਨੀ ਚਾਹੀਦੀ ਹੈ। 300 ਬਥੇਰੇ ਦਿਨ ਸਾਡੇ ਕੋਲੇ ਹੈਗੇ ਨੇ। ਆਪਾਂ ਢਿੱਲੋਂ ਸਾਹਿਬ ਮਾਫੀ ਚਾਹੁੰਦੇ ਹਾਂ, ਤੁਹਾਨੂੰ ਰੋਕ ਰਹੇ ਹਾਂ ਜੀ, ਇੱਕ ਕਾਲਰ ਸਾਡੇ ਨਾਲ ਨੇ ਤੇ ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ। ਵੀਰੇ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰੇ ਜੀ ਮੈਂ ਤੁਸੀਂ ਇਹ ਗੱਲ ਹਾਕੀ ਦੀ ਕਰ ਰਹੇ ਆ ਜੀ, ਹਾਕੀ ਦਾ ਫੈਡਰੇਸ਼ਨ ਦਾ ਪ੍ਰਧਾਨ ਬੜਾ ਇਮਾਨਦਾਰ ਬੰਦਾ ਲਾਇਆ ਸੀਗਾ। ਇਹ KPS ਗੈਲ ਨੂੰ ਗਏ ਨੂੰ ਕਿੰਨਾ ਕਿ ਇਸ ਜਹਾਨ ਤੋਂ ਟਾਈਮ ਹੋਇਆ, ਤੇ ਮੈਨੂੰ ਲੱਗਦਾ ਆਪਣੀ ਟੀਮ ਤਾਂ ਜਿੱਤ ਕੇ ਆਊਗੀ। ਪਰ ਜਦ ਬੰਦੇ ਹੀ ਇਦਾਂ ਦੇ ਮੋਰੇ ਫੈਡਰੇਸ਼ਨ ਦੇ ਪ੍ਰਧਾਨ ਇਦਾਂ ਦੇ ਰੱਖਿਓ ਸੀਗੇ ਤਾਂ ਗੇਮਾਂ ਨੇ ਤਰੱਕੀ ਕੀ ਕਰਨੀ ਹੈ? ਦੂਸਰੇ ਆ ਜਿਹੜੇ ਤੁਸੀਂ ਮਿਨਿਸਟਰਾਂ ਦੀ ਗੱਲ ਕਰਦੇ ਆ, ਉਹ ਯਾਰ ਇਹਨਾਂ ਨੂੰ ਐਲ ਤੇ ਕੁੱਕੜ ਦਾ ਨਹੀਂ ਪਤਾ ਆਪਣੇ ਬਈ ਗੇਮਾਂ ਦੇ ਵਿੱਚ ਕੀ ਆਪਣੇ ਖਿਡਾਰੀਆਂ ਨੂੰ ਚਾਹੀਦਾ, ਕੀ ਸਕੂਲਾਂ ਤੋਂ ਸ਼ੁਰੂ ਕਰਨਾ ਹੈਗਾ। ਆਣ ਕੇ ਉਹ ਮੈਂ ਹੁਣ ਨਹੀਂ ਕਹਿਣਾ ਹੈਗਾ ਵੀ ਇਹਨਾਂ ਨੂੰ ਇੱਕ ਸਲਾਮੀ ਦੇ ਕੇ ਝੰਡੇ ਨੂੰ ਤਾਂ ਬਸ, ਇਹ ਤੋਂ ਵੱਧ ਇਹ ਕਹਿੰਦੇ ਕੁਛ ਨਹੀਂ। ਉਹ ਜਿਹੜਾ ਕੋਈ ਅੱਗੇ ਮਾੜਾ ਮੋਟਾ ਕੋਈ ਹੈਲਪ ਆਉਂਦੀ ਹੁੰਦੀ ਸੀ ਸੈਂਟਰ ਗੌਰਮੈਂਟ ਤੋਂ, ਉਹ ਵੀ ਇਹ ਆਪਣੇ ਨਿਆਣਿਆਂ ਵਾਸਤੇ ਜਾਂ ਆਪ ਹੀ ਖਾ ਜਾਂਦੇ ਆ। ਤਾਂ ਪਲੇਅਰ ਕਿੱਥੋਂ ਪੈਦਾ ਹੋਣੇ ਆ? ਦੇਖੋ ਛੋਟੀਆਂ ਕੰਟਰੀਆਂ ਤੋਂ ਜਿਨ੍ਹਾਂ ਦੀ ਆਬਾਦੀ ਹੈ ਨਹੀਂ, ਕੈਨੇਡਾ ਦੀ ਆਬਾਦੀ ਦਿੱਲੀ ਜਿੰਨੀ ਆ ਜੀ, ਇਹਦੇ ਵਿੱਚੋਂ ਦੇਖ ਲਓ ਕਿੰਨੇ ਪਲੇਅਰ ਜਾਂਦੇ ਆ ਤੇ ਕਿੰਨੇ ਆਪਣੇ 골ਡ ਮੈਡਲ ਲੈ ਕੇ ਆਉਂਦੇ ਆ। ਬਿਲਕੁਲ ਬਿਲਕੁਲ। ਤੇ ਹਾਕੀ ਦੇ ਵਾਸਤੇ ਤਾਂ ਮੈਂ ਜ਼ਿਆਦਾ ਇਹੀ ਕਹਿਣਾ ਸੀਗਾ ਵੀ ਇਹਦਾ ਇਸ ਫੈਡਰੇਸ਼ਨ ਦਾ ਪ੍ਰਧਾਨ ਕੌਣ ਸੀਗਾ, ਕਿੰਨਾ ਚਿਰ ਹੋ ਰਿਹਾ ਇਹਨਾਂ ਨੂੰ? ਯਾਰ ਕਿਸੇ ਨੂੰ ਹੈ ਹੀ ਨਹੀਂ। ਤੁਸੀਂ ਆਪਣੇ ਪ੍ਰਗਟ ਸਿੰਘ ਉਹਨਾਂ ਦਾ ਨਾਮ ਲੈਣ ਡਏ ਆ, ਪ੍ਰਗਟ ਸਿੰਘ ਉਹਨਾਂ ਵਰਗਿਆਂ ਨੂੰ ਕਹਿਣਾ ਚਾਹੀਦਾ ਸੀਗਾ ਵੀ ਇਹਨੂੰ ਬਣਾਇਆ ਹੈ ਕਿ ਇਹਨੂੰ ਹੈਗਾ ਪ੍ਰਧਾਨ। ਓਕੇ ਜੀ, ਥੈਂਕਸ, ਧੰਨਵਾਦ ਮਹਾਰਾਜ, ਮੈਂ ਤਾਂ ਇੰਨੇ ਕਹਿਣਾ ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਠੀਕ ਹੈ ਜੀ, ਪ੍ਰਗਟ ਸਿੰਘ ਹੋਣੀ ਸ਼ਾਇਦ ਕਹਿ ਤਾਂ ਸਕਦੇ ਸੀ, ਪਰ ਉਦੋਂ ਉਹਨਾਂ ਦਾ ਸੁਣੀ ਕਿੰਨੀ ਕੁ ਜਾਣੀ ਸੀ। ਚਲੋ ਹੁਣ ਜਿਹੜੀਆਂ ਐਸੋਸੀਏਸ਼ਨਾਂ ਬਣਾਉਣੀਆਂ ਨੇਗੀਆਂ ਉਹ ਤਾਂ ਹਿੰਦੁਸਤਾਨ ਦੇ ਵਿੱਚ ਹੋਰ ਹੈ ਜੀ। ਦੇਖਿਆ ਦੇਖਿਆ ਜਾਂਦਾ ਕਿ ਸਰਮਾਏਦਾਰ ਨੂੰ ਬਣਾਓ, ਕੱਲ ਨੂੰ ਜੇ ਕੋਈ ਪੈਸੇ ਟੱਕੇ ਦੀ ਲੋੜ ਪੈਗੀ। ਇਹ ਐਸੋਸੀਏਸ਼ਨਾਂ ਚਲਾਉਣੀਆਂ ਸੌਖੀਆਂ ਨਹੀਂ ਹੁੰਦੀਆਂ। ਸਾਡੀਆਂ ਚਾਹੀਦਾ ਤਾਂ ਇਹ ਹੈ ਕਿ ਐਸੋਸੀਏਸ਼ਨਾਂ ਦੇ ਵਿੱਚ ਤਰਜੀਹ ਸਾਬਕਾ ਖਿਡਾਰੀਆਂ ਨੂੰ ਦਿੱਤੀ ਜਾਵੇ, ਜਿਨ੍ਹਾਂ ਦੇ ਨਾਂ ਤੇ ਬਹੁਤ ਸਾਰੇ ਤਗਮੇ ਜਿੱਤੇ ਨੇ, ਜਿਨ੍ਹਾਂ ਨੇ ਬਹੁਤ ਸਾਰਾ ਨਾਮ ਨਾ ਖੱਟਿਆ ਹੈਗਾ। ਜੇ ਕ੍ਰਿਕਟ ਦੇ ਵਿੱਚ ਬਣਾਉਣਾ ਤਾਂ ਬਣਾਓ ਸਚਿਨ ਤੇਂਦੁਲਕਰ, ਕਪਿਲ ਦੇਵ ਵਰਗਿਆਂ ਨੂੰ, ਜਿਨ੍ਹਾਂ ਨੇ ਕਈ ਸਾਲ ਠੀਕ ਹੈ। ਕ੍ਰਿਕਟ ਦੇ ਵਿੱਚ ਤਾਂ ਸੌਰਵ ਗਾਂਗੁਲੀ ਇਸ ਵਕਤ ਹੈਗੇ ਹੀ ਨੇ, ਸੌਰਵ ਗਾਂਗੁਲੀ ਹੈਗੇ ਆ। ਸਾਨੂੰ ਇਹ ਚਾਹੀਦਾ ਕਿ ਜਿਹੜੇ ਖਿਡਾਰੀ ਆ ਨਾ, ਉਹ ਤਰਜੀਹ ਉਹਨਾਂ ਨੂੰ ਦੇਣੀ ਚਾਹੀਦੀ ਹੈ। ਦੂਜਿਆਂ ਨੂੰ ਤੁਸੀਂ ਐਡਜਸਟ ਕਰ ਲਓ, ਪਰ ਪ੍ਰਮੁੱਖ ਤੌਰ ਦੇ ਉੱਤੇ ਜਿਹੜਾ ਬੰਦਾ ਜਿਹੜੇ ਖੇਤਰ ਨਾਲ ਸੰਬੰਧਿਤ ਹੈ ਉਹਨੂੰ ਤਰਜੀਹ ਦਿੱਤੀ ਜਾਵੇ ਤਾਂ ਜ਼ਿਆਦਾ ਵਧੀਆ ਹੁੰਦਾ। ਜੀ ਜੀ। ਸੋ ਦਰਸ਼ਕੋ, ਇਸ ਵੇਲੇ ਇੱਕ ਵੇਲਾ ਹੋਇਆ ਬ੍ਰੇਕ ਦਾ, ਤੇ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ ਅਸੀਂ ਬੜੀ ਜਲਦ ਵਾਪਸ ਆਉਂਦੇ ਹਾਂ ਤੇ ਹੋਰ ਬਹੁਤ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ। ਸੋ ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਸਾਡੇ ਨਾਲ ਜਸਪਾਲ ਸਿੰਘ ਢਿੱਲੋਂ ਹੋਰੀ ਲਗਾਤਾਰ ਜੁੜੇ ਹੋਏ ਨੇ। ਢਿੱਲੋਂ ਸਾਹਿਬ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ 93% ਵਾਅਦੇ ਜਿਹੜੇ ਪੂਰੇ ਕਰ ਲਏ ਨੇ ਕੈਪਟਨ ਸਰਕਾਰ ਨੇ। ਇਹ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ, ਤੇ ਤੁਹਾਨੂੰ ਕੀ ਲੱਗਦਾ ਕਿ ਇਹ ਵਾਕਈ 93% ਵਾਅਦੇ ਪੂਰੇ ਹੋ ਗਏ ਨੇ? ਤੇ ਆਹ ਜਿਹੜੀਆਂ ਵੱਡੇ ਜਿਹੜੇ ਮਸਲੇ ਸੀ, ਬੇਅਦਬੀ ਦਾ ਮਸਲਾ ਹੋ ਗਿਆ ਤੇ ਹੋਰ ਬੇਰੁਜ਼ਗਾਰੀ ਦੇ ਮਸਲੇ ਹੋ ਗਏ, ਕਿੰਨਾ ਕੁਛ ਆ ਹੋਰ ਵੀ ਜਿਹੜਾ ਹਜੇ ਵੀ ਬਾਕੀ ਪਿਆ,
ਤੇ ਇਸੇ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਨੇ 18 ਨੁਕਤੇ ਦਿੱਤੇ ਸੀ ਕੈਪਟਨ ਸਰਕਾਰ ਨੂੰ, ਤੇ ਉਹਨਾਂ ਨੁਕਤਿਆਂ ਤੇ ਵੀ ਹੁਣ ਕੈਪਟਨ ਸਾਹਿਬ ਕਹਿੰਦੇ ਆ ਕਿ ਉਹਨਾਂ ਤੇ ਤਾਂ ਜੀ ਕਨਫਿਊਜ਼ਨ ਹੋ ਗਈ ਸੀ। ਦੇਖੋ ਜਿਹੜੇ ਸਿਆਸੀ ਲੋਕ ਹੁੰਦੇ ਆ ਨਾ, ਇਹਨਾਂ ਨੇ ਨਾਂ ਪਾਇਆ ਹੁੰਦਾ ਜੀ, ਨਾਇਆ ਇਹਨਾਂ ਨੂੰ ਨਾਂ ਦਿੰਦਾ ਜਦੋਂ ਕਿ ਜਨਤਾ ਨੂੰ 6 ਦਿੰਦਾ। ਇਹ ਜਿਹੜਾ 9 ਤੇ 6 ਦਾ ਫਰਕ ਹੈ ਉਹ ਅਜੇ ਤੱਕ ਮਿਟਿਆ ਨਹੀਂ। ਜਦੋਂ ਉਹ ਮਿਟ ਗਿਆ ਜਨਤਾ ਬਾਗੋ-ਬਾਗ ਹੋ ਜਾਏਗੀ ਜੀ। ਹੁਣ ਕੈਪਟਨ ਸਾਹਿਬ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਬਿਜਲੀ ਮੁਕਤ ਕੀਤੀ ਸੀ ਤਾਂ ਜਸਵਿੰਦਰ ਸਿੰਘ ਭੱਲੇ ਨੇ ਇੱਕ ਸਟੈਰ ਮਾਰਿਆ ਸੀ ਵੀ ਜਿਹੜੀ ਚੀਜ਼ ਮਿਲਦੀ ਨਹੀਂ ਉਹਨੂੰ ਮੁਕਤ ਕਹਿਣ 'ਚ ਕੀ ਹਰਜ ਹੈ। ਸੋ ਕੈਪਟਨ ਸਾਹਿਬ ਨੇ ਜੇ ਇਹ ਕਹਿਤਾ ਕਿ ਮੈਂ 93% ਵਾਅਦੇ ਪੂਰੇ ਕਰਤੇ ਤਾਂ 93 ਜਿੱਥੇ ਐਡੇ ਵੱਡੇ ਇਸ਼ਤਿਹਾਰ ਜਾਰੀ ਕੀਤੇ ਗਏ ਹੈ ਤਾਂ ਇੱਕ 93% ਵਾਅਦੇ ਪੂਰੇ ਕੀਤਿਆਂ ਦਾ ਵੀ ਜਾਰੀ ਕਰ ਦਿੱਤਾ ਜਾਵੇ, ਨਾਲ ਦੱਸ ਦਿੱਤਾ ਜਾਵੇ ਕਿ 7% ਦੇ ਵਿੱਚ ਕਿਹੜੇ ਰਹਿ ਗਏ ਨੇ। ਸੋ ਜਿਹੜੇ ਰਾਜਸੀ ਲੋਕ ਹੁੰਦੇ ਆ ਨਾ, ਰਾਜਸੀ ਲੋਕ ਰਾਓ ਵਰਿੰਦਰ, ਇਹਨਾਂ ਨੇ ਆਪਣੀ ਦੁਨੀਆ, ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਕਿਹੜਾ ਇਹ ਬੋਲਿਆ ਏ ਕਿਹੜਾ ਨਹੀਂ ਬੋਲਿਆ ਏ। ਕਈ ਵਾਰੀ ਬਿਨਾਂ ਸੋਚੇ ਸਮਝੇ ਗੱਲਾਂ ਕਰੀ ਜਾਂਦੇ ਨੇ। ਇਹੀ ਤਾਂ ਕਾਰਨ ਹੈ ਕਿ ਜਨਤਾ ਉਹਦੇ ਵਿੱਚ ਪਿਸੀ ਜਾਂਦੀ ਹੈ। ਚਾਹੀਦਾ ਇਹ ਹੈ ਕਿ ਜਿਹੜਾ ਇਹਨਾਂ ਦਾ ਚੋਣ ਮਨੋਰਥ ਪੱਤਰ ਆ ਉਹਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਜਾਵੇ। ਜਿਹੜੇ ਵਾਅਦੇ ਇਹਨਾਂ ਨੇ ਕੀਤੇ ਹੈ, ਜਦੋਂ ਜੇ 93% ਵਾਅਦੇ ਪੂਰੇ ਕਰਤੇ, ਕੋਈ ਲੋਕ ਕਚਹਿਰੀ ਦੇ ਵਿੱਚ ਉਹਨੂੰ ਕਪਤਾਨ ਸਾਹਿਬ ਨੇ ਆਉਣਾ ਹੈ, ਆ ਕੇ ਪਤਾ ਲੱਗੂਗਾ ਕਿ ਕਿਸ ਭਾਅ ਵਿਕਦੀ ਹੈਗੀ ਹੈ। ਬਹੁਤ ਕੁਝ ਇੱਥੇ ਕਿਹਾ ਜਾ ਸਕਦਾ ਹੈ। ਜੇ 93% ਵਾਅਦੇ ਪੂਰੇ ਕਰਤੇ ਤਾਂ ਹੀ ਤਾਂ ਕੈਪਟਨ ਸਾਹਿਬ ਕਹਿੰਦੇ ਮੈਂ ਦੁਬਾਰਾ ਚੋਣ ਲੜਨ ਨੂੰ ਤਿਆਰ ਹਾਂ, ਮੇਰੀ ਅਗਵਾਈ 'ਚ ਹੀ ਲੜੀ ਜਾਊਗੀ। ਸੋ ਸਿਚੁਏਸ਼ਨ ਹੋਰ ਹੈ, ਸਥਿਤੀਆਂ ਹੋਰ ਨੇ। ਇਹ ਜਿਹੜੇ ਵਾਅਦੇ ਪੂਰੇ ਕੀਤੇ ਆ ਇਹ ਲੋਕ ਦੱਸਣਗੇ ਕਿ ਕਿੰਨੇ ਕੁ ਹੈ। ਪਰ ਮੈਂ ਇਹ ਗੱਲ ਦਾ ਹਾਮੀ ਹੈ ਕਿ ਜਿਹੜਾ ਵੀ ਤੁਸੀਂ ਵਾਅਦਾ ਕਰੋ ਉਹ ਪੂਰਾ ਕਰੋ। ਘਰ ਦਾਣੇ ਨਹੀਂ ਮਾਂ ਪੀਣ ਚੱਲੀ ਆ। ਪੰਜਾਬ ਦੀ ਸਥਿਤੀ ਇਹ ਬਣੀ ਹੈ, ਖਾਲੀ ਭੜੋਲਿਆਂ ਦੇ ਵਿੱਚ ਚੂਹੇ ਤੁਰੇ ਫਿਰਦੇ ਨੇ। ਚੂਹੇ ਵੀ ਨਹੀਂ ਜਾਂਦੇ, ਉਹਨਾਂ ਨੂੰ ਵੀ ਉੱਥੇ ਖਾਣ ਪੀਣ ਨੂੰ ਕੁਝ ਨਹੀਂ ਮਿਲਦਾ ਹੈਗਾ। ਸੋ ਜੋ ਉਹ ਗੱਲਾਂ ਕਰੋ ਜਿਹੜੀਆਂ ਕੁਝ ਕੀਤੀਆਂ ਜਾ ਸਕਣ। ਬਹੁਤ ਸਾਰੇ ਖੇਤਰ ਹੈ ਜਿਨ੍ਹਾਂ ਦੇ ਉੱਤੇ ਕੋਈ ਪੈਸਾ ਨਹੀਂ ਲੱਗਦਾ, ਬਿਨਾਂ ਕੀਤਿਆਂ ਉਹ ਕੰਮ ਕੀਤੇ ਜਾ ਸਕਦੇ ਨੇ, ਉਹ ਅਸੀਂ ਨਹੀਂ ਕਰ ਰਹੇ। ਸੋ ਅੱਜ ਦੀ ਸਥਿਤੀ ਜਿਹੜੀ ਬਣੀ ਹੋਈ ਹੈ, ਜੇ 93% ਵਾਅਦੇ ਤੁਸੀਂ ਪੂਰੇ ਕਰਤੇ, ਫਿਰ 18 ਨਿਕਾਤੀ ਪ੍ਰੋਗਰਾਮ ਤੇ ਅੱਜ ਤੱਕ ਲਗਭਗ 20-22 ਦਿਨ ਹੋ ਗਏ ਨੇ, ਚੁੱਪ ਕਿਉਂ ਤੁਰੇ ਬੈਠੇ ਹੋ? ਉੱਥੇ ਉਸੇ ਦਿਨ ਹੀ ਬਿਆਨ ਲੱਗ ਜਾਣਾ ਚਾਹੀਦਾ ਸੀ ਕਿ ਜੀ ਅਸੀਂ ਤਾਂ 93% ਪੂਰੇ ਕਰਤੇ, 7 ਰਹਿ ਗਏ। ਉਹ 7 ਦੱਸ ਦੇਣ ਲੋਕਾਂ ਨੂੰ ਕਿਹੜੇ ਰਹਿ ਗਏ 7%। ਇਹਦਾ ਮਤਲਬ ਰਾਜਸੀ ਲੋਕ ਨੇ ਜਿਹੜੇ ਝੂਠ ਬੋਲਣ ਲੱਗਿਆ ਕੋਈ ਸੀਮਾ ਨਹੀਂ ਰੱਖਦੇ। ਬੜੇ ਵੱਡੇ ਪੱਧਰ ਤੇ ਝੂਠ ਬੋਲੀ ਜਾਂਦੇ, ਕੋਈ ਕੁਝ ਬੋਲੀ ਜਾਂਦਾ, ਕੁਝ ਬੋਲੀ ਜਾਂਦਾ। ਪਰ ਜਦੋਂ ਤੋਂ ਸੋਸ਼ਲ ਮੀਡੀਆ ਭਾਰੂ ਹੋਇਆ, ਹੁਣ ਇਹਨਾਂ ਨੂੰ ਬ੍ਰੇਕਾਂ ਲੱਗੀਆਂ ਨੇ, ਥੋੜੀਆਂ ਉਜਾਗਰ ਹੋਣ ਲੱਗ ਗਏ। ਬਿਲਕੁਲ। ਢਿੱਲੋਂ ਸਾਹਿਬ, ਸਾਡੇ ਨਾਲ ਇੱਕ ਹੋਰ ਕਾਲਰ ਨੇ ਜੀ, ਸਾਡੇ ਦਰਸ਼ਕ ਨੇ ਫੋਨ ਲਾਈਨ ਤੇ। ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਵੀ ਕੈਪਟਨ ਤਾਂ ਇਦਾਂ ਲੱਗਦਾ ਵੀ ਜਿਵੇਂ ਅਕਾਲੀਆਂ ਨੂੰ ਦੇ ਕੇ ਪਰਸਣ ਲੱਗਿਆ ਹੈ ਜੀ। ਕਿਉਂ ਜੀ? ਹੁਣ 93% ਕਹਿੰਦਾ ਜੀ ਆਪਣੇ ਮਸਲੇ ਹੱਲ ਹੋ ਗਏ ਜੀ। ਕਹੀ ਜਾਂਦੇ ਜੀ, ਕਹਿੰਦੇ ਵੀ 18% ਹੋਏ ਨੇ, ਰਹਿੰਦੇ ਆ ਜੀ। ਠੀਕ ਨਹੀਂ ਜੀ ਗੱਲ? ਇਹ ਨਹੀਂ ਹੈਗਾ ਵੀ ਇਹ ਅਕਾਲੀਆਂ ਨੂੰ ਆਪਣੇ ਦੇਣ ਲੱਗਿਆ ਹੈ ਗੌਰਮੈਂਟ ਦੀ ਕਹਾਣੀ। ਚਲੋ ਸਾਹਿਬ, ਠੀਕ ਨਹੀਂ ਜੀ? ਸਵਾਲ ਜੀ ਸਵਾਲ ਕਰ ਰਹੇ। ਦੇਖੋ, ਬਹੁਤ ਸਾਰੇ ਲੋਕਾਂ ਦੇ ਵਿੱਚ ਚਰਚਾ ਹੈਗੀ ਹੈ ਕਿ ਜਿਵੇਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੀ ਬਹੁਤ ਚੜ੍ਹਾਈ ਹੋ ਗਈ ਸੀ, ਹਾਲਾਂਕਿ ਉਹ ਆਪਣੀਆਂ ਕਰਤੂਤਾਂ ਕਰਕੇ ਮਰੇ ਨੇ। ਉਹਨਾਂ ਨੇ ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਸਿਸਟਮ ਨਹੀਂ ਦੇਖਿਆ, ਆਪਣੀਆਂ ਗੱਲਾਂ ਥੋਪਣੀਆਂ ਸ਼ੁਰੂ ਕਰਤੀਆਂ। ਉਸ ਵੇਲੇ ਪਤਾ ਲੱਗਿਆ ਕਿ ਇਹਨਾਂ ਨੇ ਮਿਲ ਕੇ ਚੋਣ ਲੜੀ, ਜਿਹੜੀ ਬੜੀ ਸਪਸ਼ਟ ਹੈ। ਦੋ ਸੀਟਾਂ, ਲੰਬੀ ਤੇ ਜਲਾਲਾਬਾਦ, ਇਹ 2 ਕਾਂਗਰਸੀ ਆਗੂ ਲੈਣ ਕੀ ਗਏ ਸੀ। ਦੂਜੀ ਥਾਂ ਤੇ ਉਹ ਬੰਦਾ ਜਾਂਦਾ, ਦੂਜੀ ਥਾਂ ਤੇ ਹਾਰਨ ਨਹੀਂ ਜਾਂਦਾ ਕੋਈ, ਦੂਜੀ ਥਾਂ ਤੇ ਜਿੱਤਣ ਜਾਂਦਾ ਹੁੰਦਾ। ਜੇ ਉਹਨੂੰ ਇਹ ਲੱਗੇ ਕਿ ਮੈਂ ਸੀਟ ਤੇ, ਜਿਵੇਂ ਅਮੇਠੀ ਤੋਂ ਐਕਤੀ ਰਾਹੁਲ ਗਾਂਧੀ ਹਾਰ ਗਿਆ, ਉਹਨੂੰ ਇਹਨਾਂ ਰਾਜਸੀ ਆਗੂਆਂ ਨੂੰ ਜਿਹੜੀਆਂ ਖੁਫੀਆ ਰਿਪੋਰਟਾਂ ਹੁੰਦੀਆਂ ਨੇ ਉਹ ਪਤਾ ਲੱਗ ਜਾਂਦੀਆਂ ਨੇ। ਇਸੇ ਕਰਕੇ ਉਹਨਾਂ ਨੇ ਕੇਰਲ ਦੇ ਵਿੱਚ ਇੱਕ ਹੋਰ ਸੀਟ ਤੋਂ ਚੋਣ ਲੜੀ। ਬਿਲਕੁਲ। ਇਸੇ ਤਰ੍ਹਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਉੱਥੇ ਲੈਣ ਕੀ ਗਏ, ਰਵਨੀਤ ਬਿੱਟੂ ਹਾਰਨ ਵਾਸਤੇ ਗਏ ਸੀ, ਜਾਂ ਕਿਸੇ ਖਾਸ ਬੰਦਿਆਂ ਨੂੰ ਜਿਤਾਉਣ ਵਾਸਤੇ ਗਏ ਸੀ, ਇਹ ਪਿਓ ਪੁੱਤ ਨੂੰ ਜਿਤਾਉਣ ਵਾਸਤੇ ਗਏ ਸੀ। ਇਹ ਚੀਜ਼ਾਂ ਲੋਕ ਹੁਣ ਸਮਝਦੇ ਨੇ ਲੋਕ। ਬਿਲਕੁਲ। ਇੱਕ ਹੋਰ ਕਾਲਰ ਨੇ ਜੀ ਸਾਡੇ ਨਾਲ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਤੁਹਾਨੂੰ ਦੋਹਾਂ ਭਰਾਵਾਂ। ਸਤਿ ਸ੍ਰੀ ਅਕਾਲ। ਤੇ ਮੈਂ ਤਾਂ ਇਹ ਗੱਲ ਕਰਦੇ ਆ ਵੀ ਬਾਕੀ ਤਾਂ ਕੋਈ ਡੱਬੀ ਚੌੜੀ ਗੱਲ ਨਹੀਂ। ਵੀ ਪਹਿਲਾਂ ਇਹਨੇ ਕਿਹਾ ਸੀਗਾ ਵੀ ਮੈਂ ਆਈ ਚੋਣ ਲੜਦੀ ਆ ਕੈਪਟਨ ਅਮਰਿੰਦਰ ਸਿੰਘ ਮੈਂ, ਤੇ ਫਿਰ ਲੜਦਾ ਨਹੀਂ। ਫਿਰ ਦੁਬਾਰੇ ਕਹਿੰਦਾ ਕਾਫੀ ਸਾਲ ਹੋ ਗਏ, ਦੁਬਾਰਾ ਕਾਫੀ ਦੇਰ ਹੋ ਗਈ ਵੀ ਮੈਂ ਅਜਾ ਇਹਨੂੰ ਵੀ ਪੰਜਾਬ ਨੂੰ ਪੈਰਾ ਸਜਾਵਾਂ, ਠੀਕ ਠਾਕ ਕਰਨਾ। ਤੇ ਜਿਹੜਾ ਉਹ ਵਾਅਦਾ ਉਹ ਲਫ਼ਜ਼ ਬੋਲਿਆ ਸੀ
ਤੇ ਹੁਣ ਬੋਲਿਆ ਵੀ 97% ਮੈਂ ਕਰਤਾ ਠੀਕ ਠਾਕ। ਜਦੋਂ 97% ਠੀਕ ਠਾਕ ਕਰਤਾ ਤੇ ਫਿਰ ਹੁਣ ਚੋਣ ਲੜਨ ਦਾ ਮਤਲਬ ਉਹਦਾ ਜਿਹੜਾ ਉਹਨਾਂ ਪਹਿਲਾ ਲਫ਼ਜ਼ ਕਿਹਾ ਸੀ ਨਾ 2 ਸਾਲ ਹੋ ਗਏ ਵੀ ਮੈਂ ਅਜਾ ਵੀ ਅਜਾ ਪੰਜਾਬ ਨੂੰ ਵੀ ਠੀਕ ਨਹੀਂ ਹੈਗਾ। ਜਦੋਂ ਉਹ ਠੀਕ ਹੋ ਗਿਆ ਉਹ ਫਿਰ ਆ ਗਿਆ 7% ਤਾਂ ਕੋਈ ਨਹੀਂ ਲੱਗਦਾ ਵੀ ਜਿੱਦਾਂ ਉਹ ਕਹਿੰਦਾ ਹੈ ਵੀ ਇੰਨਾ ਕੁ ਤਾਂ ਕੁਝ ਨਹੀਂ 7% ਤਾਂ ਹੁਣ ਤੇ ਫਿਰ ਉਹਨੂੰ ਕਹਿ ਦੇਣਾ ਚਾਹੀਦਾ ਮੈਂ ਸਿਆਸਤ ਛੱਡ ਦੇਣੀ। ਸਿਆਸਤ ਕਿਉਂ ਨਹੀਂ ਛੱਡਦਾ ਜਦੋਂ ਬਾਹਲੇ ਪੂਰੇ ਸਾਰਾ ਕੁਝ ਠੀਕ ਠਾਕ ਕਰਤਾ ਤੇ ਚੋਣ ਕਿਉਂ ਲੜਦੀ ਹੈ ਫਿਰ ਇੱਕ ਪਾਸੇ। ਥੈਂਕ ਯੂ, ਮੈਂ ਤਾਂ ਇੰਨੀ ਕਹਿਣਾ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸੋਹਣਾ ਤੁਹਾਡਾ ਸਵਾਲ ਸੀ। ਅਸੀਂ ਚਰਚਾ ਕਰਾਂਗੇ ਤੇ ਇੱਕ ਹੋਰ ਕਾਲਰ ਸਾਡੇ ਨਾਲ ਨੇ। ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਬਹੁਤ ਬਹੁਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਮੈਨੂੰ ਉਹੀ ਲੱਗਦਾ ਜਿਹੜਾ 2017 ਚ ਆਪ ਦੀ ਚੜਾਈ ਸੀ, ਹੁਣ ਦੇਖ ਲਓ ਉਹੀ ਚੱਜ ਫੇਰ ਕਰਨ ਲੱਗ ਪਏ ਆ। ਹੁਣ ਦੇਖ ਲਓ ਸਾਰੇ ਪਾਰਟੀਆਂ ਚੋਂ ਕੱਢੇ ਬੰਦੇ ਦੇਖ ਲਓ ਉਹ ਆਪਣੇ ਫੇਸ ਵੱਲ ਲੈ ਰਹੇ ਆ। ਤੇ ਹੁਣ ਦੱਸੋ, ਇੱਕ ਪਾਸੇ ਕਹਿੰਦੇ ਵਲੰਟੀਅਰ ਨੂੰ ਚਾਂਸ, ਵਲੰਟੀਅਰ ਵਿਚਾਰੇ ਕੀ ਕਰਨਗੇ ਦੱਸੋ? ਇਹਦੀ ਪਾਲਿਸੀ ਕੀ ਆ, ਕੀ ਕਰਨਗੇ? ਦੇਖੋ ਵਿਚਾਰੇ ਕਮਲ ਸੰਧੂ ਹੋਣੀ ਕਿੰਨਾ ਵਧੀਆ ਇਹਨਾਂ ਦਾ ਮੈਨੀਫੈਸਟੋ ਬਣਾਇਆ ਸੀ, ਔਰ ਦਿਲੋਂ ਜਾ ਕੇ ਮੀਟਿੰਗਾਂ ਹਰ ਵਰਗ ਨਾਲ ਮੀਟਿੰਗਾਂ ਕੀਤੀਆਂ ਸੀ। ਹੁਣ ਇਹਨਾਂ ਕੋਲ ਹੈਗਾ ਪਲਾਨ ਜੀ ਉਹ ਜਿਹਾ? ਦੇਖੋ 2017 ਵਾਲੀ ਭਾਜੀ ਚੜਾਈ ਉਹੋ ਜਿਹੀ ਮਿਲਣੀ, ਏਦਾਂ ਹੀ 99 ਵਿੱਚ ਮਾਨਦਾਨ ਨੂੰ ਮਿਲੀ ਸੀ, ਉਹੀ ਜਿਹੜਾ ਚਾਂਸ 2017 ਦੇ ਵਿੱਚ ਸੀ। ਇਹਨੀ ਚਾਂਸ ਆਪਣੇ ਆਪ ਖਰਾਬ ਕਰਾ ਲਿਆ ਜੀ। ਹੁਣ ਸਮਝ ਆਉਂਦਾ, ਮੈਨੂੰ ਤਾਂ ਲੱਗਦਾ ਜੀ ਇਹ ਜਿਹੜੀ ਗੇਮ ਮਿਲ ਕੇ ਖੇਡਦੇ ਆ ਜੀ। ਹੁਣ ਜਿੱਦਾਂ ਆਪਣੇ ਤੇ ਉਹਨੂੰ ਸਾਥ ਦਿੱਤਾ ਸੀ ਆਪਣੇ ਬਾਦਲ ਪਰਿਵਾਰ ਨੇ, ਇਹਦਾ ਕੈਪਟਨ ਦਾ, ਹੁਣ ਕੈਪਟਨ ਨੇ ਤੇ ਉੱਧਰ ਨੂੰ ਝੁਕਣਾ ਜੀ ਬਾਦਲ ਪਰਿਵਾਰ ਨੂੰ, ਉਹਦਾ ਹੁਣ ਆਪਣੇ ਤੇ ਇਹਨੂੰ ਚਾਂਸ ਦੇਣਾ ਜੀ ਐਤਕੀ। ਤੇ ਮੈਨੂੰ ਲੱਗਦਾ ਜੀ ਕੋਈ ਆਪਣੇ ਵਧੀਆ ਹੋਊਗਾ। ਆਮ ਪਾਰਟੀ ਦਾ ਜੀ ਆਪਾਂ ਕਹੀਏ ਨੇ, ਆਮ ਪਾਰਟੀ ਤੇ ਕੋਈ ਆਮ ਪਾਰਟੀ ਦੀ ਪਾਲਿਸੀਆਂ ਕੀ ਸਮਝ ਨਹੀਂ ਆਉਂਦੀ। ਦੱਸੋ ਆਪਣਾ ਪਹਿਲਾਂ ਬਿਜ਼ਨਸ ਸਾਡਾ ਵਿਜ਼ਨ ਹੈ ਕੀ ਹੈ ਜੀ? ਬਿਲਕੁਲ ਕੋਈ ਮੈਨੂੰ ਲੱਗਦਾ ਨਹੀਂ ਜੀ ਕੋਈ ਉਹ ਜਿਹਾ ਚਾਂਸ ਬਣੇਗਾ ਮਿਲਦਾ ਜੀ। ਜੀ ਜੀ, ਓਕੇ ਭਾਈ, ਥੈਂਕ ਯੂ ਜੀ, ਥੈਂਕ ਯੂ ਭਾਈ, ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਸੋ ਢਿੱਲੋਂ ਸਾਹਿਬ, 2 ਸਵਾਲ ਨਵੇਂ ਆ ਗਏ ਨੇ। ਇੱਕ ਤਾਂ ਆਮ ਆਦਮੀ ਪਾਰਟੀ ਤੇ ਵੀ ਕੀਤਾ ਕਿ ਜਿਹੜਾ 2017 ਚ ਤਾਂ ਦੇਖੋ ਬਹੁਤ ਫਰਕ ਸੀ ਤੇ ਹੁਣ ਨਾਲੋਂ ਤਾਂ, ਤੇ ਉਦੋਂ ਜੇ ਪਾਰਟੀ ਨਹੀਂ ਜਿੱਤ ਸਕੀ ਤੇ ਹੁਣ ਕੀ ਮੰਨੀਏ ਕਿ ਆਪ ਦੀ ਸਰਕਾਰ ਬਣ ਜਾਏਗੀ? ਰਾਓ, ਇਹਦੇ 'ਚ ਨਾ ਬਹੁਤ ਵੱਡੀਆਂ ਗੱਲਾਂ ਨੇ ਜੀ। ਲੰਬੇ ਸਮੇਂ ਤੋਂ ਪੰਜਾਬ ਇਹਨਾਂ ਰਵਾਇਤੀ ਪਾਰਟੀਆਂ ਤੋਂ ਖਹਿੜਾ ਛਡਾਉਣਾ ਚਾਹੁੰਦਾ ਹੈ। ਇਹਨਾਂ ਰਵਾਇਤੀ ਪਾਰਟੀਆਂ ਨੇ ਧਾਨੀ ਇੰਨਾ ਇਕੱਠਾ ਕਰ ਲਿਆ ਕਿ ਪੁੱਛੋ ਕੁਛ ਨਾ। ਚੰਦ ਲੋਕਾਂ ਕੋਲੇ ਇਸ ਹਿੰਦੁਸਤਾਨ ਦੇ ਵਿੱਚ ਉਹਨਾਂ ਧਾਨਾ ਜਿੰਨਾ ਸਾਰੀ ਲੋਕਾਂ ਕੋਲੇ ਹੈ। ਬਿਲਕੁਲ, ਇਹ ਲੋਕ ਸ਼ੈਤਾਨੀ ਦੇ ਨਾਲ ਆਉਂਦੇ ਆ। ਤੁਹਾਨੂੰ ਯਾਦ ਹੋਣਾ ਕਿ 1999 ਦੇ ਵਿੱਚ ਜਦੋਂ ਮਾਨ ਸਾਹਿਬ ਦੀ ਅਗਵਾਈ ਵਿੱਚ ਚੋਣ ਲੜੀ, ਹਾਲਾਂਕਿ ਉਹ ਜੇਲ੍ਹ ਦੇ ਵਿੱਚ ਸੀ, ਚੋਣ ਲੜੀ ਗਈ, ਤਾਂ ਸਭ ਤੋਂ ਵੱਧ ਉਮੀਦਵਾਰ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਦੇ ਜਿੱਤੇ। ਤੇ ਸਿਮਰਨਜੀਤ ਸਿੰਘ ਮਾਨ ਉੱਥੇ ਕਿਰਪਾਨ ਲੈ ਕੇ ਬਹਿ ਗਿਆ ਕਿ ਮੈਂ ਅੰਦਰ ਨਹੀਂ ਜਾਣਾ, ਜੇ ਜਾਣਾ ਹੈ ਤਾਂ ਵੱਡੀ ਕਿਰਪਾਨ ਲੈ ਕੇ ਜਾਣਾ ਹੈ। ਉੱਥੇ ਗੱਤਕਾ ਥੋੜੀ ਖੇਡਣਾ ਹੈ, ਉੱਥੇ ਤਾਂ ਗੱਤਕਾ ਵਿਚਾਰਾਂ ਦਾ ਹੈ। ਤੁਸੀਂ ਵਿਚਾਰਾਂ ਦੇ ਨਾਲ ਆਪਣੀ ਪਾਲਿਸੀ ਦਿਓ ਕਿ ਮੈਂ ਪੰਜਾਬ ਨੂੰ ਇਸ ਸੰਕਟ ਚੋਂ ਕਿਵੇਂ ਕੱਢ ਸਕਦਾ ਹਾਂ। ਉਸ ਵੇਲੇ ਤਾਂ ਪੰਜਾਬ ਤੇ ਕਰਜ਼ਾ ਵੀ ਬੜਾ ਥੋੜਾ ਸੀ। ਉਸ ਤੋਂ 25 ਸਾਲ ਬਾਅਦ 2014 ਦੇ ਵਿੱਚ ਫੇਰ ਅੰਨਾ ਹਜ਼ਾਰੇ ਦੀ ਜਿਹੜੀ ਮੂਵਮੈਂਟ ਸੀ, ਉਸ ਤੋਂ ਬਾਅਦ ਇੱਕ ਵਾਰੀ ਫੇਰ ਦੇਸ਼ 'ਚ ਉਭਾਰ ਆਇਆ। ਤੁਸੀਂ ਦੇਖੋ ਅੰਨਾ ਹਜ਼ਾਰੇ ਹੁਣ ਕਿੱਥੇ ਬੈਠਾ? ਲੋਕਪਾਲ ਬਣ ਗਿਆ। ਜਿਹੜੀਆਂ ਮੰਗਾਂ ਲੈ ਕੇ ਉਹ ਦਿੱਲੀ ਦੇ ਵਿੱਚ ਬੈਠਾ ਸੀ, ਇਹਦਾ ਮਤਲਬ ਬੀਜੇਪੀ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਅੰਨਾ ਹਜ਼ਾਰੇ ਨੂੰ, ਇਹਨੂੰ ਨਰਿੰਦਰ ਮੋਦੀ ਨੂੰ ਸਰਕਾਰ ਵਿੱਚ ਲੈ ਆਂਦਾ, ਇਹਦੀ ਅਗਵਾਈ 'ਚ ਸਰਕਾਰ ਬਣਵਾਤੀ। ਲੋਕਾਂ ਦੇ ਪੱਲੇ ਨਿਰਾਸ਼ਤਾ ਪੱਲੇ ਪਈ। ਜਿਹੜਾ ਉਭਾਰ ਆਮ ਆਦਮੀ ਪਾਰਟੀ ਦਾ 2014 ਤੇ 2017 ਦੇ ਵਿੱਚ ਸੀ, ਉਹ ਦੁਬਾਰਾ ਉਸ ਹਿਸਾਬ ਦਾ ਨਹੀਂ ਬਣਨਾ। ਅੱਜ ਵੀ ਉਹ ਸਥਿਤੀ ਨਹੀਂ ਹੈਗੀ। ਪੰਜਾਬ ਦੇ ਲੋਕ ਜਾਣ ਤਾਂ ਜਾਣ ਕਿੱਥੇ? ਲੋਕ ਫਿਰ ਉਹਨਾਂ ਰਵਾਇਤੀਆਂ ਤੇ ਡਿੱਗ ਪੈਂਦੇ ਨੇ ਵੀ ਚੱਲ ਯਾਰ ਇਹਨੂੰ ਪਾ ਦਿਓ, ਇੱਕ ਵਾਰੀ ਉਹਨੂੰ ਪਾ ਦਿਓ, ਇੱਕ ਵਾਰੀ ਉਹਨੂੰ ਪਾ ਦਿਓ। ਇਹ ਬਾਰੀਆਂ ਬੰਨੀਆਂ ਵੀਆਂ ਨੇ। ਜਦੋਂ ਤੱਕ ਇਹ ਬਾਰੀ ਦੀ ਖੜੋਤ ਨਹੀਂ ਨਾ ਟੁੱਟਦੀ, ਕੋਈ ਤੀਜੀ ਧਿਰ ਮਜ਼ਬੂਤੀ ਨਾਲ, ਹੁਣ ਲੋਕਾਂ ਨੂੰ ਦਿਸ ਨਹੀਂ ਰਿਹਾ, ਉਹ ਜਾਣਗੇ ਤਾਂ ਜਾਣ ਕਿੱਥੇ? ਕਿ ਕੋਈ ਤੀਜੀ ਧਿਰ ਇਹੋ ਜਿਹੀ ਹੈ ਪੰਜਾਬ ਦੇ ਵਿੱਚ ਜਿਹੜੀ ਇਹ ਦਾਅਵਾ ਕਰੇ ਕਿ ਹਾਂ ਅਸੀਂ ਜਿੱਤ ਕੇ ਆਵਾਂਗੇ ਤੇ ਅਸੀਂ ਇੱਥੇ ਸਰਕਾਰ ਬਣਾ ਲਵਾਂਗੇ। ਇਹ ਰਵਾਇਤੀ ਧਿਰਾਂ ਪੈਸੇ ਦੇ ਚੱਕਾ ਚੌਂਧ ਦੇ ਵਿੱਚ ਉਹਨਾਂ ਨੂੰ ਉਲਝਾ ਲੈਂਦੀਆਂ ਨੇ, ਜਿਹਦੇ ਕਰਕੇ ਦੁਬਾਰਾ ਫੇਰ ਲੋਕਾਂ ਦੇ ਪੱਲੇ ਨਿਰਾਸ਼ਤਾ ਪੈਂਦੀ ਹੈ। ਜੇ ਹੁਣ ਵੀ ਲੋਕ ਚਾਹੁੰਦੇ ਨੇ ਅੱਜ ਵੀ ਕਿ ਇਹਨਾਂ ਨੂੰ, ਕਾਂਗਰਸ ਤੇ ਅਕਾਲੀਆਂ ਨੂੰ ਛੱਡ ਕੇ ਰਵਾਇਤੀਆਂ ਨੂੰ ਕਿਸੇ ਤੀਜੀ ਧਿਰ ਨੂੰ ਮੌਕਾ ਦਿੱਤਾ ਜਾਵੇ, ਕੀ ਉਹ ਤੀਜੀ ਧਿਰ ਸਫਲ ਹੁੰਦੀ ਹੈ? ਇਹ ਤਾਂ ਜਿਹੜੀਆਂ 2022 ਦੀਆਂ ਚੋਣਾਂ ਨੇ ਉਹਦੇ ਤੋਂ ਪਤਾ ਲੱਗੂਗਾ। ਪਰ ਜੇ ਇਸ ਵਾਰ ਵੀ ਲੋਕ
ਕਾਮਯਾਬ ਨਾ ਹੋਏ, ਕੋਈ ਬਦਲ ਲਿਆਉਣ ਚ ਕਾਮਯਾਬ ਨਾ ਹੋਏ, ਫਿਰ ਲੋਕਾਂ ਦੇ ਪੱਲੇ ਨਿਰਾਸ਼ਤਾ ਪੈ ਜਾਣੀਆਂ ਕਿ ਇੱਥੇ ਕੁਝ ਨਹੀਂ ਕੀਤਾ ਜਾ ਸਕਦਾ। ਔਰ ਉਹ ਪੰਜਾਬ ਜਿਹੜਾ 1980ਵੇਂ ਦਹਾਕਿਆਂ ਤੋਂ ਪਹਿਲਾਂ ਦੇਸ਼ ਦਾ ਨੰਬਰ 1 ਸੂਬਾ ਸੀ ਔਰ ਇਹਦੇ ਤੇ ਕਰਜ਼ਾ ਨਹੀਂ ਸੀ, ਬਹੁਤ ਥੋੜਾ ਹੋਣਾ ਜੇ ਹੋਣਾ ਵੀ ਹੈ, ਤਾਂ ਅੱਜ 3 ਲੱਖ ਕਰੋੜ ਦਾ ਪੰਜਾਬ ਕਰਜ਼ੇ, ਪੰਜਾਬ ਨਹੀਂ ਅਸੀਂ ਸਾਰੇ ਲੋਕ ਕਰਜ਼ਾਈਆਂ, ਸਾਡੇ ਸਿਰਾਂ ਦੇ ਉੱਤੇ ਕਰਜ਼ਾ ਹੈਗਾ। ਲੇਕਿਨ ਇਹ ਧਨਾੜ ਲੋਕ ਜਿਨ੍ਹਾਂ ਦੀ ਗਿਣਤੀ ਸੀਮਤ ਹੈ, ਇਹਨਾਂ ਦੇ ਕੋਲੇ ਕਿੰਨਾ ਪੈਸਾ ਆ ਗਿਆ, ਕਿੱਥੋਂ ਤੱਕ ਪਹੁੰਚ ਗਏ। 1980 ਚ ਇਹਨਾਂ ਦੀ ਸਥਿਤੀ ਕੀ ਸੀ ਤੇ ਅੱਜ ਸਥਿਤੀ ਕੀ ਹੈ, 1980 ਚ ਪੰਜਾਬ ਦੀ ਸਥਿਤੀ ਕੀ ਸੀ ਤੇ ਅੱਜ ਕੀ ਹੈ, ਇਹ ਸਾਰਾ ਆਪਣੇ ਆਪ ਚ ਸਵਾਲ ਉੱਠਦੇ ਆ ਜੀ। ਸੋ ਇਸ ਕਰਕੇ ਇਹਨਾਂ ਸਵਾਲਾਂ ਦਾ ਆਫਟਰ ਆਲ ਜਵਾਬ ਦੇਊ ਕੌਣ? ਬਿਲਕੁਲ ਦੇਊ ਕੌਣ, ਕਿਉਂਕਿ ਸਰਕਾਰਾਂ ਨੇ ਇਹ ਇਸ ਤਰ੍ਹਾਂ ਦੇ ਕਾਨੂੰਨ ਲੈ ਕੇ ਆਉਣੇ ਹੁੰਦੇ ਨੇ ਤੇ ਸਰਕਾਰਾਂ ਦੇ ਵਿੱਚ ਵਿਧਾਇਕ ਬੈਠੇ ਨੇ ਤੇ ਇਹਨਾਂ ਹੀ ਵਿਧਾਇਕਾਂ ਤੇ ਫਿਰ ਇਹ ਗੱਲਾਂ ਉੱਠਦੀਆਂ ਮੰਤਰੀਆਂ ਤੇ ਫਿਰ ਉਹ ਸਰਕਾਰ ਕਹਿੰਦੇ ਆ ਕਿ ਜਿਹੜੇ ਟਾਣੇ ਤੇ ਜਿਹੜਾ ਸਿਆਣਾ ਬੰਦਾ ਜਿਹੜੇ ਟਾਣੇ ਤੇ ਬੈਠਾ ਹੁੰਦਾ ਉਹਨੂੰ ਵੱਢਦਾ ਨਹੀਂ, ਤੇ ਫਿਰ ਇਸ ਕਰਕੇ ਅਸੀਂ ਕਿਵੇਂ ਉਮੀਦ ਕਰ ਲਈਏ ਕਿ ਇਸ ਤਰ੍ਹਾਂ ਦੀਆਂ ਜਾਂਚਾਂ ਵੀ ਹੋ ਜਾਣਗੀਆਂ। ਸੋ ਇੱਕ ਸਾਡੇ ਨਾਲ ਕਾਲਰ ਮੌਜੂਦ ਨੇ, ਸਵਾਗਤ ਹੈ ਜੀ ਬਹੁਤ-ਬਹੁਤ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਢਿੱਲੋਂ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਤੁਸੀਂ ਨਾ ਸਰਕਾਰਾਂ ਦੀ ਗੱਲ ਕਰਦੇ, ਕਾਂਗਰਸ ਦੀ ਗੱਲ ਕਰਦੇ ਆ, ਇਹ ਦੇਖੋ ਆਪਣੇ ਗਣਾਉਂਦੇ ਆ ਅਸੀਂ ਇੰਨੀ ਕੀਤੇ ਆ, ਜਾਣੀ ਮਸਲੇ ਹੱਲ ਕੀਤੇ, ਜੇ ਕੀਤਾ ਉਹ ਕੀਤਾ, ਜਿਹਦਾ ਤੇ ਇਹਨਾਂ ਵਿੱਚੋਂ ਕੋਈ ਵੀ ਨਹੀਂਗਾ। ਸਾਰੀਆਂ ਪਾਰਟੀਆਂ A to Z ਸਾਰੀਆਂ ਭ੍ਰਿਸ਼ਟ ਆ, ਇਹਨਾਂ 'ਚ ਕੋਈ ਵੀ ਚਾਹੀਦੀ ਨਹੀਂ, ਨਾ ਕਿਸੇ ਨੇ ਅੱਗੇ ਆਉਣਾ ਆ ਤੇ ਨਾ ਕੋਈ ਲੋਕਾਂ ਨੇ ਲਿਆਉਣੀ ਆ। ਲੋਕੀ ਪਾਗਲ ਹੋਣਗੇ ਜਿਹੜੇ ਇਹਨਾਂ ਨੂੰ ਮੁੜ ਕੇ ਵੋਟਾਂ ਪਾਉਂਦੇ, ਔਰ ਪਾਉਂਦੇ ਵੀ ਹੈਗੇ ਲੋਕੀ, ਇਹ ਕੋਈ ਦੋ ਰਾਵਾਂ ਲੋਕੀ ਪਾਉਂਦੇ ਵੀ, ਇਹਨਾਂ ਕੁਛ ਜੁੱਤੀਆਂ ਵੀ ਖਾਂਦੇ ਆ ਔਰ ਵੋਟਾਂ ਪਾਉਂਦੇ ਵੀ ਆ। ਨਾ ਤੇ ਐਤਕੀ ਆਮ ਦੀ ਸਰਕਾਰ ਬਣਨੀ ਆ, ਨਾ ਕਾਂਗਰਸ ਦੀ ਬਣਨੀ, ਨਾ ਅਕਾਲੀਆਂ ਦੀ ਬਣਨੀ। ਉਧਰੋਂ ਸੁਖਬੀਰ ਨੂੰ ਮੁੱਖ ਮੰਤਰੀ ਲੱਦੀ ਜਾਂਦੇ ਆ, ਉਹਨੇ ਤਾਂ ਬਿਲਕੁਲ ਹੀ ਪੱਥਾ ਕਰ ਕੀਤਾ ਆ। ਉਧਰੋਂ ਇਹ ਕੇਜਰੀਵਾਲ ਨੂੰ ਜਾਂ ਭਗਵੰਤ ਮਾਨ ਨੂੰ, ਮੈਨੂੰ ਨਹੀਂ ਲੱਗਦਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਜਿਹਦੇ ਲਈ ਸੈੱਟ ਬੈਠੂਗਾ, ਮੈਨੂੰ ਨਹੀਂ ਲੱਗਦਾ। ਤੀਜੀ ਜਿਹੜਾ ਸਿੱਧੂ ਤੋਂ ਤੁਸੀਂ, ਮੈਨੂੰ ਨਹੀਂ ਲੱਗਦਾ ਰੋਕੀ ਸਿੱਧੂ ਤੋਂ ਕੀ ਆਸ ਰੱਖਦੇ ਆ। ਅੱਜ ਤੱਕ ਸਿੱਧੂ ਨੇ ਇੰਨਾ ਚਿਰ, ਪਹਿਲਾਂ 2.5 ਸਾਲ ਲਿਆ, ਸਿੱਧੂ ਨੇ ਕੀ ਕੀਤਾ? ਕੁਛ ਨਹੀਂ ਕੀਤਾ। ਹੁਣ ਇੱਕ ਸਿਰਫ ਪੰਜਾਬ ਦਾ ਇਹ ਮੋਹਰਾ ਚਿਹਰਾ ਹੀ ਦਿਖਾਤਾ ਇਹਨਾਂ ਨੇ, ਇਹਦੇ ਕੋਲ ਕੋਈ ਪਾਵਰ ਤਾਂ ਹੈ ਨਹੀਂ ਕਿ ਜੋ ਇਹ ਕਰਕੇ ਦਿਖਾ ਦੂਗਾ। ਪਤਾ ਨਹੀਂ ਲੋਕੀ ਕੀ ਸੋਚਦੇ ਆ, ਸਿੱਧੂ ਆ ਗਿਆ ਜੇ ਹੋ ਜੂ ਉਹ। ਕੋਈ ਸਿੱਧੂ ਅਲਾਦੀਨ ਦਾ ਚਿਰਾਗ ਲੈ ਕੇ ਬੈਠਾ ਹੈ, ਜਿਹੜਾ ਸਿੱਧੂ ਸਾਰੇ ਪੰਜਾਬ ਨੂੰ ਇਸ ਵੇਲੇ ਕਰਪਟ ਨੂੰ ਠੀਕ ਕਰ ਦੂਗਾ। ਜੇ ਸਿੱਧੂ ਨੇ ਕਰਨਾ ਸੀ ਨਾ ਕੁਛ, ਜਿੱਦਣ ਇਹਨੂੰ ਮੈਂ ਬਿਜਲੀ ਮਹਿਕਮਾ ਦਿੱਤਾ ਸੀ ਤੋਂ 2.5 ਸਾਲ ਪਹਿਲਾਂ, ਇਹ ਚੁੱਪ ਕਰਕੇ ਅੰਦਰ ਕਿਉਂ ਵੜਿਆ ਸੀ? ਇਹ ਉਦੋਂ ਉਸ ਮਹਿਕਮੇ ਚ ਕੁੱਦਦਾ, ਸਾਰੇ ਭ੍ਰਿਸ਼ਟਾਚਾਰ ਸਾਹਮਣੇ ਲਿਆਉਂਦਾ, ਜਿਹਨਾਂ ਦੇ 25-25, 30 ਲੱਖ ਦੇ ਬਿੱਲ ਖੜੇ ਆ, ਉਹ ਉਹਨਾਂ ਕੋਲ ਕਲੈਕਟ ਕਰਦੇ, ਇਕੱਠੇ ਕਰਦੇ, ਸਵਾਦ ਸੀ। ਅੱਜ ਸਾਰੇ ਟੱਪਦੇ ਫਿਰ ਸਿੱਧੂ ਆ ਗਿਆ, ਸਿੱਧੂ। ਇੱਕ ਬੰਦਾ ਢਿੱਲੋਂ ਵੀਰ ਜੀ ਕੁਛ ਨਹੀਂ ਕਰ ਸਕਦਾ, 100 ਦੇ ਵਿੱਚੋਂ ਇੱਕ ਬੰਦਾ, ਜਿੱਥੇ 99 ਬੰਦੇ ਭ੍ਰਿਸ਼ਟ ਆ, ਇੱਕ ਬੰਦਾ ਕੁਛ ਨਹੀਂ ਕਰ ਸਕਦਾ, ਜੋ ਮਰਜ਼ੀ। ਜੀ ਸ਼ੁਕਰੀਆ ਜੀ। ਇਸ ਤੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਇੱਕ ਨਾਲ ਦੀ ਨਾਲ ਸਾਡੇ ਹੋਰ ਕਾਲਰ ਨੇ ਜੀ ਫੋਨ ਲਾਈਨ ਤੇ ਨੇ, ਸਵਾਗਤ ਹੈ ਜੀ। ਹੈਲੋ, ਸਵਾਗਤ ਹੈ ਜੀ ਬਹੁਤ-ਬਹੁਤ। ਜੀ ਇੱਕ ਹੋਰ ਕਾਲਰ ਨੇ ਜੀ, ਉਹਨਾਂ ਦੀ ਕਾਲ ਲੈਣੇ ਆ। ਸਵਾਗਤ ਹੈ ਸਰ ਬਹੁਤ-ਬਹੁਤ ਤੁਹਾਡਾ। ਹੈਲੋ ਜੀ। ਹਾਂਜੀ ਸਵਾਗਤ। ਹੈਲੋ ਰਾਓ ਸਾਹਿਬ ਜੀ। ਰਾਓ ਸਾਹਿਬ, ਢਿੱਲੋਂ ਸਾਹਿਬ, ਤੁਹਾਨੂੰ ਦੋਨਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਜਸਪਾਲ ਸਿੰਘ ਬੋਲ ਰਿਹਾ ਜੀ, ਕੈਨੇਡਾ ਤੋਂ, ਡੈਲਟਾ ਤੋਂ, BC ਤੋਂ ਜੀ। ਹਾਂਜੀ, ਮੈਂ ਤਾਂ ਸਿੱਧੂ ਸਾਹਿਬ ਬਾਰੇ ਜਾਂ ਕੈਪਟਨ ਬਾਰੇ ਗੱਲ ਕਰਨੀ ਚਾਹੁੰਦਾ ਵੀ ਸਿੱਧੂ ਨੂੰ ਪ੍ਰਧਾਨ ਬਣਾ ਕੇ ਕੈਪਟਨ ਦਾ ਜਿਹੜਾ ਕੰਮ ਬੜਾ ਸੌਖਾ ਹੋ ਗਿਆ। ਮੈਂ ਵਿਧਾਇਕ ਸਾਹਿਬ ਦੇ ਪ੍ਰੋਗਰਾਮ 'ਚ 3-4 ਮਹੀਨੇ ਪਹਿਲਾਂ ਤੋਂ ਕਹਿੰਦਾ ਆ ਰਿਹਾ ਵੀ ਕੈਪਟਨ ਇਸ ਵਾਰ ਅਕਾਲੀਆਂ ਨੂੰ ਜਿਤਾਏਗਾ। ਹੁਣ ਉਹ ਸਿੱਧੂ ਦੇ ਬਣਨ ਦੇ ਨਾਲ ਹੁਣ ਇਹ ਕੈਪਟਨ ਦਾ ਬੜਾ ਸੌਖਾ ਹੋ ਗਿਆ ਕੰਮ। 4-5 ਮਹੀਨੇ ਕੁਛ ਹੋ ਵੀ ਨਹੀਂ ਸਕਦਾ। ਤੇ ਹੁਣ ਸਿੱਧੂ ਕਿਹੜਾ ਮੂੰਹ ਲੈ ਕੇ ਇਲੈਕਸ਼ਨ ਵਿੱਚ ਜਾਣਗੇ? ਇਹੀ ਕਹਿ ਕੇ ਜਾਣਗੇ ਵੀ ਅਸੀਂ ਕੁਛ ਨਹੀਂ ਅੱਗੇ ਕਰ ਸਕੇ, ਹੁਣ ਅੱਗੇ ਗਾਂ ਜਾ ਕੇ ਕਰਾਂਗੇ। ਤਾਂ ਲੋਕ ਇਹ ਤੇ ਬਿਲੀਵ ਕਰਨਗੇ ਕਿ ਨਹੀਂ ਕਰਨਗੇ? ਮੈਨੂੰ ਲੱਗਦਾ ਨਹੀਂ ਲੋਕ ਬਿਲੀਵ ਕਰਨ। ਇਸ ਕਰਕੇ ਜਿਹੜਾ ਕੈਪਟਨ ਆ ਬੜਾ, ਉਹਨੇ ਹਾਈ ਕਮਾਂਡ ਤੋਂ ਬਦਲਾ ਵੀ ਲੈਣਾ ਹੈ ਵੀ ਤੁਸੀਂ ਸਿੱਧੂ ਨੂੰ ਕਿਉਂ ਪ੍ਰਧਾਨ ਬਣਾਇਆ। ਬਿਲਕੁਲ। ਫਿਰ ਉਹ ਕਾਂਗਰਸ ਇਲੈਕਸ਼ਨ ਹਾਰ ਗਈ, ਉਹ ਸਾਰਾ ਜਿਹੜਾ ਖੇਮਾ, ਉਹ ਜਿਹੜਾ ਸਾਰਾ ਜਿਹੜਾ ਦੋਸ਼ ਹੈ ਉਹ ਸਿੱਧੂ ਦੇ ਸਿਰ ਤੇ ਲਾ ਦੇਣਾ, ਤੂੰ ਸਿੱਧੂ ਨੂੰ ਬਣਾਇਆ ਕਰਕੇ ਹਾਰ ਗਏ। ਇਸ ਕਰਕੇ ਹਾਰ ਗਏ। ਬਿਲਕੁਲ। ਇਸ ਕਰਕੇ ਬੜੀ
ਹਾਂਜੀ ਇਸ ਕਰਕੇ ਬੜੀ ਕੰਪਲੀਕੇਟਡ ਸਿਚੁਏਸ਼ਨ ਹੈ। ਬਹੁਤ ਮੈਨੂੰ ਇਹਨਾਂ ਦੀ ਬਹੁਤੀ ਪਰਵਾਹ ਨਹੀਂ ਵੀ ਕੌਣ ਬਣਿਆ ਕੌਣ ਨਹੀਂ। ਮੈਨੂੰ ਤਾਂ ਕਿਸਾਨਾਂ ਦੇ ਮੋਰਚੇ ਬਾਰੇ ਵਰੀ ਆ ਵੀ ਉਹਨਾਂ ਦਾ ਮੋਰਚਾ ਕਿੱਧਰ ਨੂੰ ਜਾ ਰਿਹਾ, ਕਾਮਯਾਬ ਹੋਏਗਾ ਜਾਂ ਨਹੀਂ ਹੋਏਗਾ। ਜੇ ਨਾ ਕਾਮਯਾਬ ਹੋਇਆ ਤਾਂ ਉਹਦੇ ਬੜੇ ਭਿਆਨਕ ਸਿੱਟੇ ਨਿਕਲਣਗੇ। ਤੇ ਬੀਜੇਪੀ ਵਾਲਿਆਂ ਨੂੰ ਤਾਂ ਇਹ ਬੀਜੇਪੀ ਦਾ ਜਿਹੜਾ ਮੋਦੀ ਆ ਮਹਿਕਮਾ ਇਹਨਾਂ ਨੂੰ ਇਹ ਹੈਗਾ ਵੀ ਇਹਦਾ ਜੱਟਾਂ ਕੋਲ ਜ਼ਮੀਨਾਂ ਕਿਉਂ ਆ, ਇਹਨਾਂ ਨੇ ਜ਼ਮੀਨਾਂ ਕਿਸ ਤਰ੍ਹਾਂ ਹੜਪ ਕੀਤੀਆਂ ਜਾਣ, ਇਹਨਾਂ ਨੂੰ ਲੇਬਰ ਮਾਰਕੀਟ ਵਿੱਚ ਸਿੱਟਿਆ ਜਾਵੇ, ਆਪੇ ਕੰਮ ਜਾ ਕਰਕੇ ਖਾਣ। ਤੇ ਜਿੱਦਾਂ ਸਾਡੇ ਅਸੀਂ ਤਾਂ ਦੁਕਾਨਾਂ ਦੇ ਬੈਠ ਕੇ ਰੋਟੀ ਕਮਾਉਂਦੇ ਆ, ਇਹ ਜੱਟ ਜਿਹੜੇ ਲੋਕ ਜ਼ਮੀਨਾਂ ਦੇ ਮਾਲਕ ਕਿਉਂ ਆ? ਬੜੀ ਗੱਲ ਇਹ ਆ ਵਿੱਚੋਂ ਸਾਰੀ। ਤੇ ਬਾਕੀ ਢਿੱਲੋਂ ਸਾਹਿਬ ਨੂੰ ਮੈਂ ਕਹਿੰਦਾ ਵੀ ਬੜੇ ਨਿਧੜਕ ਹੋ ਕੇ ਬੋਲਦੇ ਆ ਤੇ ਮੈਂ ਉਹਦੀ ਬੜੀ ਤਾਰੀਫ ਕਰਦਾ ਰਹਿੰਦਾ। ਥੈਂਕ ਯੂ ਵੈਰੀ ਮਚ ਜੀ। ਸ਼ੁਕਰੀਆ ਜੀ। ਜਸਪਾਲ ਸਿੰਘ ਜੀ ਤੁਹਾਡੇ ਨਾਂ ਦੇ ਜਸਪਾਲ ਸਿੰਘ ਜੀ ਸਾਡੇ ਦਰਸ਼ਕ ਸੀ। ਦੇਖੋ ਸਾਡੇ ਜਿਹੜੇ ਦਰਸ਼ਕ ਗੱਲਾਂ ਕਰਦੇ ਨੇ ਨਾ, ਇਹਦੇ ਵਿੱਚ ਰਾਓ ਇਹ ਹੈਗਾ ਸਾਨੂੰ ਇੰਨਾ ਵੀ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ। ਜੇ ਅਸੀਂ ਨਿਰਾਸ਼ਾਵਾਦੀ ਹੋ ਜਾਾਂਗੇ ਫਿਰ ਤਾਂ ਕੰਮ ਹੀ ਨਹੀਂ ਕਰ ਸਕਦੇ। ਦੇਖੋ ਇੱਕ ਬੰਦੇ ਨੂੰ ਮੌਕਾ ਦਿੱਤਾ ਗਿਆ, ਅਸੀਂ ਕੋਈ ਸਿੱਧੂ ਦੇ ਉਹ ਨਹੀਂ ਹੈਗੇ ਕਿ ਨਹੀਂ, ਪਰ ਇੱਕ ਬੰਦੇ ਨੂੰ ਮੌਕਾ ਦਿੱਤਾ ਗਿਆ, ਉਹਨੂੰ ਦੇਖੋ ਵੀ ਸ਼ਾਇਦ ਕੁਝ ਨਾ ਕੁਝ, ਕਿਉਂਕਿ ਕੱਲੀਆਂ ਆਪਾਂ ਇਸ ਕਰਕੇ ਨਵਜੋਤ ਦੀ ਗੱਲ ਨਹੀਂ ਕਰਦੇ। ਨਵਜੋਤ ਨੇ ਜਿਹੜੇ 3-4 ਕੰਮ ਕੀਤੇ ਆ, ਖਾਸ ਕਰ ਜਦੋਂ ਉਹਦਾ ਅਜਾਇਬ ਘਰ ਸ਼ਹੀਦ ਆਜਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੇ ਵਿੱਚ ਉਹਦਾ ਬਿਲਜੀਰੀ ਦਾ ਬਿੱਲ ਭਰਿਆ, ਕਿਸਾਨਾਂ ਦੇ ਖੇਤਾਂ ਨੂੰ ਅੱਗ ਲੱਗੀ, ਉਹਨੇ 2.5 ਲੱਖ ਰੁਪਇਆ ਆਪਣੀ ਜੇਬ ਚੋਂ 25 ਲੱਖ ਰੁਪਇਆ ਦਿੱਤਾ। ਜਿਹੜੇ ਅੰਮ੍ਰਿਤਸਰ ਰੇਲਵੇ ਹਾਦਸਾ ਉਹਨਾਂ ਦੇ ਜਵਾਕਾਂ ਦੀਆਂ ਫੀਸਾਂ ਫੂਸਾਂ ਅਦਾ ਕੀਤੀਆਂ। ਪ੍ਰੋਫੈਸਰ ਅਜਮੇਰ ਸਿੰਘ ਔਲਖ ਜਦੋਂ ਬਿਮਾਰ ਸਨ ਤਾਂ ਉਹਨਾਂ ਦੀ ਉਦੋਂ ਵਿੱਤੀ ਸਹਾਇਤਾ ਕੀਤੀ ਗਈ। ਹੋਰ 5-7 ਕੰਮ ਇਸ ਕਿਸਮ ਦੇ ਕੀਤੇ ਨੇ। ਇਹ ਜਿਹੜੀਆਂ ਚੀਜ਼ਾਂ ਦੇਖੋ ਬੰਦੇ ਦਾ ਕਿਰਦਾਰ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਨਾ, ਵੱਖਰਾ ਕਿਰਦਾਰ। ਹਾਂ ਵੀ ਤਾਂ ਔਰ ਤਕਰੀਬਨ 2.5 ਸਾਲ ਦੇ ਕਰੀਬ ਉਹ ਮੰਤਰੀ ਰਹੇ। 2.5 ਸਾਲ ਦੇ ਵਿੱਚ ਉਹਦੇ ਤੇ ਕੋਈ ਭ੍ਰਿਸ਼ਟਾਚਾਰ ਤਾਂ ਦੋਸ਼ ਤਾਂ ਨਹੀਂ ਨਾ ਲੱਗਿਆ। ਇਹਦਾ ਮਤਲਬ ਜੇ ਬੰਦੇ ਦੀ ਛਵੀ ਸਾਫ ਸੁਥਰੀ ਹੈ ਤਾਂ ਉਹਨੂੰ ਸਾਨੂੰ ਕੋਈ ਮੌਕਾ ਦੇਣਾ ਚਾਹੀਦਾ ਹੈ, ਤਾਂ ਕਿ ਢਿੱਲੋਂ ਸਾਹਿਬ ਉਹੀ ਗੱਲ ਹੈ, ਲੋਕ ਉਹੀ ਪੁੱਛ ਰਹੇ ਨੇ। ਜੇ ਅਸੀਂ ਉਹਨਾਂ ਨੂੰ ਮੌਕਾ ਦੇਵਾਂਗੇ ਉਸ ਤੋਂ ਬਾਅਦ ਹੀ ਦੇਖਾਂਗੇ ਨਾ ਵੀ ਕੁਝ ਕਰਦਾ ਹੈ ਜਾਂ ਨਹੀਂ ਕਰਦਾ। ਪਰ ਇਸ ਵੇਲੇ ਅੱਲਾ ਦਿਨ ਦਾ ਚਿਰਾਗ ਨਹੀਂ ਉਹਦੇ ਕੋਲ ਹੈਗਾ, ਉਹ ਕੱਲਾ ਕਰ ਸਕੇ। ਕਠਿਨ ਕੰਮ ਬਹੁਤ ਹੈ, ਲੰਬਾ ਰਸਤਾ ਹੈਗਾ। ਇਸ ਕਠਿਨਾਈਆਂ ਦੇ ਵਿੱਚੋਂ ਉਹ ਕਿਵੇਂ ਕਾਮਯਾਬ ਹੁੰਦਾ ਹੈ ਜਦੋਂ ਚਾਰੇ ਪਾਸਿਓਂ ਉਹਦੇ ਤੇ ਪਿੱਛੇ ਨੂੰ ਖਿੱਚਣ ਵਾਸਤੇ ਲੋਕ ਲੱਗੇ ਹੋਣ। ਪਰ ਨਿਊਟਨ ਦਾ ਤੀਜਾ ਸਿਧਾਂਤ ਸਾਨੂੰ ਸਮਝ ਲੈਣਾ ਚਾਹੀਦਾ। ਨਿਊਟਨ ਦਾ ਤੀਜਾ ਸਿਧਾਂਤ ਇਹ ਕਹਿੰਦਾ ਕਿ ਜਿਹੜੀ ਚੀਜ਼ ਨੂੰ ਜਿੰਨੇ ਜ਼ੋਰ ਨਾਲ ਦਬਾਇਆ ਜਾਂਦਾ ਹੈ ਉਹ ਉਸ ਤੋਂ ਦੁੱਗਣੇ ਜ਼ੋਰ ਨਾਲ ਬਾਹਰ ਨਿਕਲਦੀ ਹੈ। ਸੋ ਜੇ ਨਵਜੋਤ ਨੇ ਇਹ ਅਹੁਦਾ ਸੰਭਾਲਿਆ, ਸੋਚ ਕੇ ਸੰਭਾਲਿਆ ਹੋਊਗਾ, ਪਰ ਹੁਣ ਕੁਝ ਕਰਕੇ ਦਿਖਾਵੇ। ਲੋਕਾਂ ਨੂੰ ਉਹਦੇ ਤੇ ਆਸਾਂ ਬਹੁਤ ਨੇ। ਜੇ ਉਹਨਾਂ ਤੇ ਉਹ ਖਰਾ ਨਾ ਉਤਰਿਆ ਤੇ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਿਹੜੀ ਨਿਰਾਸ਼ਤਾ ਹੈ ਲੋਕਾਂ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਆ ਜਾਵੇਗੀ। ਜਿਵੇਂ ਨਰਿੰਦਰ ਮੋਦੀ ਨੇ ਲੋਕਾਂ ਨੂੰ ਸਭ ਜਵਾਬ ਦਿਖਾ ਕੇ ਕਿ ਮੈਂ 15-15 ਲੱਖ ਤੁਹਾਡੇ ਖਾਤਿਆਂ 'ਚ ਪਾ ਦਾਂਗਾ, ਫਲਾਨਾ ਕਰ ਦਿਆਂਗਾ, ਬਾਅਦ ਦੇ ਵਿੱਚ ਕਹਤਾ ਇਹ ਤਾਂ ਚੋਣ ਜੁਮਲੇ ਸੀ। ਅੱਜ ਜਿਹੜੀ ਫੈਡਰਲ ਸਿਸਟਮ ਦੀ ਗੱਲ ਸੀ ਉਹ ਸਾਰੀਆਂ ਪਾਰਟੀਆਂ ਨੇ ਛੱਡਤੀ ਹੈ। ਇਹ ਨਰਿੰਦਰ ਮੋਦੀ ਜਦੋਂ ਦਾ ਆਇਆ ਹਰ ਮਹਿਕਮੇ ਨੂੰ ਸੈਂਟਰਲਾਈਜ਼ ਕਰਨ ਵਾਸਤੇ ਲੱਗਿਆ। ਆਕਸੀਜਨ ਨਹੀਂ ਮਿਲੀ। ਦੇਖੋ ਪਹਿਲਾਂ ਤਾਂ ਤੁਸੀਂ ਸਾਰਾ ਕੁਝ ਹੜੱਪ ਲਿਆ, ਜਦੋਂ ਆਕਸੀਜਨ ਵਾਲੇ ਮਾਮਲੇ 'ਚ ਸਰਕਾਰ ਫੇਲ ਹੋ ਗਈ ਫਿਰ ਕਹਿੰਦੇ ਇਹ ਤਾਂ ਰਾਜਾਂ ਦਾ ਵਿਸ਼ਾ, ਸਾਡਾ ਤਾਂ ਵਿਸ਼ਾ ਹੀ ਨਹੀਂ, ਸਾਨੂੰ ਤਾਂ ਰਾਜਾਂ ਨੇ ਦੱਸਿਆ ਹੀ ਨਹੀਂ। ਫਿਰ ਜੇ ਰਾਜਾਂ ਦਾ ਵਿਸ਼ਾ ਹੈਗਾ, ਖੇਤੀ ਵੀ ਤਾਂ ਰਾਜਾਂ ਦਾ ਵਿਸ਼ਾ ਹੈ, ਤੂੰ ਕਾਨੂੰਨ ਕਾਹਦੇ ਵਾਸਤੇ ਬਣਾਏ ਨੇ? ਸੋ ਇਸ ਕਰਕੇ ਜਿਹੜੇ ਇਹ ਰਾਜਸੀ ਲੋਕ ਹੈ, ਜਦੋਂ ਤੱਕ ਅਸੀਂ ਪਾਕ ਪਵਿੱਤਰ ਨਹੀਂ ਹੋਵਾਂਗੇ, ਹੁਣ ਜਿਵੇਂ ਪਿੰਡਾਂ ਦੇ ਵਿੱਚ ਜਾਗਰੂਕਤਾ ਆ ਗਈ ਹੈ, ਇਹਨਾਂ ਰਾਜਸੀ ਲੋਕਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਇਹ ਜਾਗਰੂਕਤਾ ਕਿਸਾਨੀ ਅੰਦੋਲਨ ਨੇ ਲਿਆਂਦੀ ਹੈ। ਮੈਂ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਬੇਨਤੀ ਕਰਾਂ ਵੀ ਹਿੰਸਕ ਨਾ ਹੋਵੋ, ਵਿਰੋਧ ਕਰੋ, ਜੀ ਸਦਕੇ ਕਰੋ, ਪਰ ਜਦੋਂ ਹਿੰਸਕ ਕਰਦੇ ਹੋ ਉਹਦੇ ਨਾਲ ਨੁਕਸਾਨ ਤੁਹਾਡਾ ਹੀ ਹੋਣਾ। ਜੀ ਢਿੱਲੋਂ ਸਾਹਿਬ ਸਾਡੇ ਨਾਲ 2 ਕਾਲਰ ਨੇ ਤੇ ਦੱਸ ਦਿੰਦੇ ਆ ਜੀ ਕਿ ਇਹਨਾਂ ਦੋਨਾਂ ਕਾਲਾਂ ਦੇ ਤੋਂ ਬਾਅਦ ਹੀ ਜਿਹੜਾ ਸਾਡਾ ਪ੍ਰੋਗਰਾਮ ਦੀ ਉਹ ਸਮਾਪਤੀ ਅਸੀਂ ਕਰਾਂਗੇ। ਤੇ ਇਹ ਫਿਲਹਾਲ ਅਸੀਂ 2 ਕਾਲਾਂ ਦਰਸ਼ਕਾਂ ਦੀਆਂ ਲੈਂਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਕੀ ਹਾਲ ਹੈ ਜੀ? ਜੀ ਸ਼ੇਰਗਿੱਲ ਸਾਹਿਬ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਜੀ ਸਤਿ ਸ਼੍ਰੀ ਅਕਾਲ। ਹੋਰ ਜੈ ਜਵਾਨ ਜੈ ਕਿਸਾਨ ਜੀ। ਸ਼ੇਰਗਿੱਲ ਸਾਹਿਬ ਤੇ ਨਾ ਕਹਿੰਦੇ ਹੁੰਦੇ ਆ, ਹੁੰਦਾ ਮਾਣ ਕੀ ਹਕੂਮਤਾਂ ਝੂਠੀਆਂ ਦਾ ਹੋਇਆ ਗਧੇ ਤੇ ਮਾੜਾ ਸਵਾਰ। ਬਾਬਾ ਕਹਿੰਦਾ ਕਿ ਕੰਜ ਸੱਪ ਦੀ ਤੇ ਖਲ ਬੱਕਰੇ ਦੀ ਕੰਮ ਆਉਂਦੀ ਜਾਂ ਦੇਣ ਉਤਾਰ। ਬਾਬਾ ਜਦੋਂ ਗੱਡੀ ਤੋਂ ਫਰੇ ਹੁੰਦੇ ਆ ਨਾ
ਫੇਰ ਇਹਨਾਂ ਨੂੰ ਬੜਾ ਸੋਚਦਾ ਵੀ ਅਸੀਂ ਆਹ ਕਰਨਾ ਇਹ ਕਰਨਾ ਨਾ, ਜੋ ਗੱਦੀ ਤੇ ਹੁੰਦੇ ਆ ਤੇ ਬੱਕਰੇ ਦੀ ਖੱਲ ਵਾਲਾ ਹੀ ਹਾਲ ਹੁੰਦਾ ਹੈ ਜੀ। ਬਾਕੀ ਸਿੱਧੂ ਸਾਹਿਬ ਠੀਕ ਆ, ਮਿਹਨਤੀ ਬੰਦਾ ਆ। ਜਦੋਂ ਹੁਣ ਉਹਨਾਂ ਦੀ ਕੁਰਸੀ ਖੋਈ ਆ, ਇੱਕ ਬੰਦੇ ਨੂੰ ਜਲੀਲ ਕਰਕੇ ਉਹਨੂੰ ਕਹਿਣਾ ਨਹੀਂ ਤੂੰ ਉੱਥੇ ਚੱਲ ਜਾ, ਉਹ ਕਰ ਲਾ। ਸੱਚ ਬੋਲਣ ਦੀ ਉਹਨੇ 25-75 ਕੋਈ ਝੂਠ ਤਾਂ ਨਹੀਂ ਬੋਲਿਆ ਹੈਗਾ, ਸੱਚ ਹੀ ਹੈ ਨਾ ਜੋ ਹੈਗਾ ਅੱਜ ਚੱਲਦਾ। ਕੋਈ ਵੀ ਕੇਸ ਨਹੀਂ ਬਣਿਆ। ਅੱਛਾ, ਪਹਿਲਾਂ ਜਿੰਨੇ ਸਿਟੀ ਸੈਂਟਰ ਦਾ ਸੀ ਉਹ ਜਿੰਨੇ ਕੇਸ ਸੀਗੇ ਸਾਰੇ ਬਾਦਲ ਸਾਹਿਬ ਲੈ ਗਏ। ਬਾਦਲ ਸਾਹਿਬ ਨੂੰ ਪਤਾ ਲੱਗਿਆ ਵੀ ਕਾਕੇ ਤੇ ਸਾਹਮ ਤਾਂ ਹੋਣਾ ਨਹੀਂ ਹੈਗਾ, ਤੇ ਸਰਕਾਰ ਕਾਂਗਰਸ ਦੀ ਆਉਣੀ ਆ, ਤੇ ਉਹਨੇ ਉਸ ਵੇਲੇ ਵਾਪਸ ਲੈ ਲਿਆ। ਉਹਦਾ ਹਜ਼ਾਨਾ ਉਹ ਦੇ ਰਹੇ ਆ ਕੈਪਟਨ ਸਾਹਿਬ। ਤੇ ਹੁਣ ਜਿੰਨਾ ਵੀ ਚਲੋ ਹੱਥ ਤਾਂ ਇਸ ਵੇਲੇ ਕੈਪਟਨ ਦੇ ਆ, ਜੋ ਖਰਚਾ ਕਰਨਾ ਜੋ ਕਰਨਾ, ਪਰ ਜੇ ਕੈਪਟਨ ਸਿੱਧੂ ਦੇ ਨਾਲ ਚੱਲੂਗਾ ਤਾਂ ਵਧੀਆ ਰਹੂਗਾ। ਨਹੀਂ ਤਾਂ ਹੁਣ ਤਾਂ ਜਿੱਦਾਂ ਕਹਿੰਦੇ ਹੁੰਦੇ ਫਿਰ ਕੈਪਟਨੀ ਕੁਪਟਨੀ ਦਾ ਕਿੱਦਾਂ ਕਹਿੰਦੇ ਖਤਮ ਹੋਣ ਲੱਗੀ, ਪਤਾ ਨਹੀਂ ਲੱਗਦਾ ਜੀ। ਤੇ ਐਤਕੀ ਤਾਂ 4.5 ਸਾਲ ਉਸ ਬੰਦੇ ਨੇ ਜਿੱਦਾਂ ਕਹਿੰਦੇ ਹੁੰਦੇ 12ਵੀਂ ਚ ਤਾਂ ਸੱਪ ਵੀ ਕਹਿੰਦੇ ਹੁੰਦੇ, ਗਰਮੀ ਜਦੋਂ ਨਿਕਲਦੀ ਬਾਹਰ ਆ ਜਾਂਦਾ ਆ, ਤੇ ਉਹ ਤਾਂ ਬਾਹਰ ਹੀ ਨਹੀਂ ਨਿਕਲਿਆ। ਤੇ ਏਦਾਂ ਦੇਸ਼ ਨਹੀਂ ਚੱਲਦੇ, ਨਾ ਸੂਬੇ ਚੱਲਦੇ ਆ। ਕਿਸਾਨੀ ਸੰਘਰਸ਼ ਦਾ ਗੱਲ ਕਰਦੇ ਆ, ਕਿਸਾਨੀ ਨੇ ਸਾਨੂੰ ਬੜਾ ਕੁਛ ਸਿਖਾਇਆ ਜੀ। ਸਾਨੂੰ ਜਿਹੜੀਆਂ ਗੱਲਾਂ ਦਾ ਪਤਾ ਨਹੀਂ ਸੀ, ਅੱਜ ਹਰੇਕ ਬੰਦੇ ਨੂੰ ਪਤਾ ਲੱਗ ਗਿਆ ਵੀ ਆਹ ਕਾਨੂੰਨ ਹੁੰਦੇ ਆ, ਆਹ ਗੱਲ ਏਦਾਂ ਕਰਨੀ ਆ। ਜਿਨ੍ਹਾਂ ਦੇ ਸਮਾਂ ਥੋੜਾ ਹੀ ਆ, ਖੜਦੇ ਆ ਜੀ ਸਮਾਂ ਥੋੜਾ ਜੀ, ਤੇ ਗੱਲ ਕੰਪਲੀਟ ਕਰ ਲਿਓ। ਮੈਂ ਕਿਹਾ ਜੀ ਕਾਲ ਸਾਡੀ ਇੱਥੇ ਤੱਕ ਹੀ ਸੀ ਸ਼ੇਰਗਿੱਲ ਸਾਹਿਬ ਨਾਲ, ਤੇ ਅਗਲੇ ਸਾਡੇ ਕਾਲਰ ਮੌਜੂਦ ਨੇ ਜੀ। ਪੰਦੇਵ ਸਾਹਿਬ ਸਵਾਗਤ ਹੈ ਬਹੁਤ ਬਹੁਤ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬੇਨਤੀ ਇਹ ਹੈ ਵੀ ਜੇ ਇਕੱਲਾ ਇਮਾਨਦਾਰ ਕੀ ਕਰੂਗਾ, ਨਾਲ ਇੰਜਣ ਕੀ ਕਰੂਗਾ, ਜੋ ਡੱਬੇ ਮਗਰ ਉਹੀ ਨੇ। ਬਿਲਕੁਲ। ਤੇ ਬਾਕੀ ਜਿਹੜਾ ਹੁਣ ਇਹਨੇ ਕਰਨਾ ਟਰਾਂਸਪੋਰਟ ਮਾਫੀ, ਇਹ ਤਾਂ ਕੋਈ ਪੈਸੇ ਨਹੀਂ ਲੱਗਦਾ। ਟਰਾਂਸ ਮਾਫੀਆ ਬਿੱਲ ਆਇਆ ਹੁਣ ਵੀ ਪ੍ਰਾਈਵੇਟ ਅਸੀਂ ਨਹੀਂ ਰਹਿਣ ਦੇਣੀ, ਇਹ ਤਾਂ ਕੋਈ ਮੁੱਲ ਨਹੀਂ ਲੱਗਦਾ ਇਹਨਾਂ ਦਾ। ਇਹ ਬਿੱਲ ਵੀ ਲੈ ਆਉਣਾ, ਇਹ ਤਾਂ ਕਰਾ ਸਕਦਾ ਗੌਰਮੈਂਟ ਦੇ, ਕੋਈ ਖਰਚਾ ਨਹੀਂ ਪੈਂਦਾ ਇਹਦੇ ਤਾਂ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ ਢਿੱਲੋਂ ਸਾਹਿਬ। ਸਿਰਫ ਅੱਧਾ ਕਮੈਂਟ ਹੈਗਾ ਹੈ ਆਪਣੇ ਕੋਲ, ਜੇ ਤੁਸੀਂ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਸਾਨੂੰ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ। ਜੇ ਅਸੀਂ ਨਿਰਾਸ਼ਾਵਾਦੀ ਹੋਈਏ ਫਿਰ ਤਾਂ ਕੰਮ ਹੀ ਨਾ ਕਰੀਏ। ਜੇ ਇਹ ਬੰਦੇ ਨੂੰ ਜੰਮਦੇ ਨੂੰ ਉਹਦੇ ਕੰਨ 'ਚ ਪਾ ਦਿੱਤਾ ਜਾਵੇ ਵੀ ਤੈਂ ਮਰਨਾ ਇੱਕ ਦਿਨ, ਤੇ ਫਿਰ ਤਾਂ ਮੈਂ ਕਹਿੰਦਾ ਬੰਦਾ ਕੰਮ ਹੀ ਨਾ ਕਰੇ। ਬਿਲਕੁਲ ਉਮੀਦ। ਤੇ ਇਸ ਕਰਕੇ ਸਾਨੂੰ ਨਿਰਾਸ਼ਾਵਾਦ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ। ਉਮੀਦ ਰੱਖਣੀ ਚਾਹੀਦੀ ਹੈ ਕਿ ਕੁਝ ਹੋਵੇ, ਉਹਦੇ ਵਿੱਚ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ। ਜੇ ਅਸੀਂ 117 ਬੰਦੇ ਇਹ ਤੇ 170 ਕੇ ਸ਼੍ਰੋਮਣੀ ਕਮੇਟੀ ਵਾਲੇ, ਕੀ ਐਡੇ ਵੱਡੇ ਪੰਜਾਬ ਦੇ ਵਿੱਚੋਂ ਸਾਨੂੰ 300 ਬੰਦਾ ਨਹੀਂ ਮਿਲਦਾ? ਸੋ ਇਹ ਇੱਥੇ ਕਮੀਆਂ ਸਾਡੀਆਂ ਵੀ ਨੇ, ਸਾਨੂੰ ਆਪਣੀਆਂ ਕਮੀਆਂ ਦੇਖਣੀਆਂ ਚਾਹੀਦੀਆਂ, ਔਰ ਸਾਰੇ ਲੋਕ ਅਸੀਂ ਇਕੱਠੇ ਹੋ ਕੇ ਇਸ ਪੰਜਾਬ ਨੂੰ ਵਧੀਆ ਕਰਨ ਵਾਸਤੇ, ਇਸ ਦੇਸ਼ ਨੂੰ ਵਧੀਆ ਕਰਨ ਵਾਸਤੇ ਹੰਭਲਾ ਮਾਰੀਏ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਵੀ ਦਰਸ਼ਕ ਸਾਡੇ ਅੱਜ ਸਟੂਡੀਓ ਦੇ ਨਾਲ ਜੁੜੇ ਨੇ। ਢਿੱਲੋਂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਕੱਲ ਫਿਰ ਠੀਕ ਇਸੇ ਸਮੇਂ ਤੇ ਨਿਊਜ਼ ਬਿਹਾਈਂਡ ਨਿਊਜ਼ ਲੈ ਕੇ ਅਸੀਂ ਆਪ ਜੀ ਦੇ ਨਾਲ ਰੂਬਰੂ ਹੋਵਾਂਗੇ। ਸੋ ਕੱਲ ਤੱਕ ਦੇ ਲਈ ਸਾਨੂੰ ਆਗਿਆ ਦਿਓ ਜੀ। ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।